ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ ਦਾ ਡਾਕਟਰ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੈਗਨੈਂਸੀ ਨੂੰ ਲੈ ਕੇ ਕਿ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ। ਬਹੁਤ ਸਾਰੇ ਸਵਾਲ ਹੁੰਦੇ ਨੇ ਲੇਡੀਜ਼ ਦੇ ਮਨ ਵਿੱਚ ਕਿ ਜੇ ਅਸੀਂ ਪ੍ਰੈਗਨੈਂਟ ਹੋਣਾ ਹੈ ਕੀ ਕਰੀਏ, ਜੇ ਹੁਣ ਅਸੀਂ ਪ੍ਰੈਗਨੈਂਟ ਹੋ ਗਏ ਹਾਂ ਹੁਣ ਕੀ ਕਰੀਏ, ਆਫਟਰ ਪ੍ਰੈਗਨੈਂਸੀ ਕਿਹੋ ਜਿਹੀ ਜ਼ਿੰਦਗੀ ਹੋਵੇ। ਸੋ ਇਹਨਾਂ ਸਾਰੀਆਂ ਗੁੰਝਲਦਾਰ ਗੱਲਾਂ ਦੇ ਵਿੱਚੋਂ ਕੱਢਣ ਦੇ ਲਈ ਤੁਹਾਨੂੰ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਰੀਨਾ ਮਲਹੋਤਰਾ, ਜੋ ਪਿਛਲੇ 27 ਸਾਲਾਂ ਤੋਂ ਆਪਣਾ ਮੈਟਰਨਿਟੀ ਹਸਪੀਟਲ ਚਲਾ ਰਹੇ ਨੇ ਤੇ ਜਨਰਲ ਹਸਪੀਟਲ ਵੀ ਉਹ ਚਲਾ ਰਹੇ ਨੇ। ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਕਿ ਜਿਹੜੇ ਲੇਡੀਜ਼ ਪ੍ਰੈਗਨੈਂਟ ਹੋਣਾ ਚਾਹੁੰਦੀਆਂ ਉਹਨਾਂ ਨੂੰ ਵੀ ਕੋਈ ਪ੍ਰੀਕਾਸ਼ਨਸ ਰੱਖਣੀਆਂ ਪੈਂਦੀਆਂ ਸਟਾਰਟਿੰਗ ਦੇ ਵਿੱਚ, ਜਿਨ੍ਹਾਂ ਦੇ ਦਿਲ ਚ ਆਇਆ ਕਿ ਹੁਣ ਅਸੀਂ ਪ੍ਰੈਗਨੈਂਟ ਹੋਈਏ। ਹਾਂ, ਜਿਨ੍ਹਾਂ ਦੇ ਦਿਲ ਵਿੱਚ ਆ ਰਿਹਾ ਕਿ ਹੁਣ ਅਸੀਂ ਪ੍ਰੈਗਨੈਂਟ ਹੋਣਾ ਹੈਗਾ, ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਵਾਰ ਆਪਣਾ ਜਾ ਕੇ ਡਾਕਟਰ ਨੂੰ ਚੈੱਕਅਪ ਜ਼ਰੂਰ ਕਰਾਉਣ। ਕਈ ਵਾਰ ਕੀ ਹੁੰਦਾ, ਕਈ ਹੈਲਥ ਇਸ਼ੂਜ਼ ਹੁੰਦੇ ਆ, ਇਸ ਕਰਕੇ ਪ੍ਰੋਬਲਮ ਵੀ ਆ ਸਕਦੀ ਹੈ। ਪਹਿਲੇ ਆਪਣਾ ਰੂਟੀਨ BP ਚੈੱਕ ਜ਼ਰੂਰ ਕਰਾਉਣਾ ਚਾਹੀਦਾ। ਦੇਖੋ ਕਿ ਤੁਹਾਡਾ ਬਲੱਡ ਪ੍ਰੈਸ਼ਰ ਨੋਰਮਲ ਆਉਂਦਾ ਹੈ, ਕੋਈ ਤੁਹਾਨੂੰ ਸ਼ੂਗਰ ਦੀ ਬਿਮਾਰੀ ਤਾਂ ਨਹੀਂ ਹੈਗੀ, ਤੁਹਾਡਾ ਥਾਇਰਾਇਡ ਦੀ ਕੋਈ ਬਿਮਾਰੀ ਤਾਂ ਨਹੀਂ ਹੈ, ਕੋਈ ਥਾਇਰਾਇਡ ਘੱਟ ਹੈ ਜਾਂ ਵੱਧ ਹੈ ਉਹਦੀ ਗੋਲੀ ਸ਼ੁਰੂ ਕਰਨ ਦੀ ਜ਼ਰੂਰਤ ਤਾਂ ਨਹੀਂ ਹੈ। ਜਿਹੜੀ ਰੂਟੀਨ ਇਹ ਚੈੱਕਅਪ ਹੈ ਇੱਕ ਵਾਰ ਜ਼ਰੂਰ ਆਪਣੇ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ। ਤੇ ਜਦੋਂ ਬੇਬੀ ਕਨਸੀਵ ਹੋ ਜਾਂਦਾ ਫਿਰ ਵੀ ਕਿੰਨੇ ਟਾਈਮ ਬਾਅਦ ਚੈੱਕਅਪ ਲਈ ਜਾਣਾ ਪੈਂਦਾ, ਕਿਉਂਕਿ ਇਹੀ ਚਿੰਤਾ ਰਹਿੰਦੀ ਕਦੋਂ ਚੈੱਕਅਪ ਕਰਾਈਏ। ਜਦੋਂ ਤੁਸੀਂ ਪੇਸ਼ੈਂਟ ਕਨਸੀਵ ਕਰ ਜਾਂਦਾ ਹੈ, ਸਭ ਤੋਂ ਪਹਿਲੇ ਤੁਸੀਂ ਡਾਕਟਰ ਕੋਲ ਜਾ ਕੇ ਚੈੱਕ ਕਰਾਉਣਾ ਹੈ ਕਿ ਤੁਸੀਂ ਪ੍ਰੈਗਨੈਂਟ ਹੋ ਕਿ ਨਹੀਂ ਹੋ। ਓਕੇ, ਕਿ ਉਹਦੇ ਵਿੱਚ ਜਾ ਕੇ ਤੁਹਾਡਾ ਇੱਕ ਯੂਰਿਨ ਟੈਸਟ ਕਰਾਂਗੇ ਪ੍ਰੈਗਨੈਂਸੀ ਵਾਸਤੇ। ਅਗਰ ਉਹ ਪੋਜ਼ਿਟਿਵ ਆ ਜਾਂਦਾ ਹੈਗਾ ਇਟ ਮੀਨਸ ਯੂ ਆਰ ਪ੍ਰੈਗਨੈਂਟ। ਓਕੇ, ਅਗਰ ਉਹ ਨੈਗੇਟਿਵ ਆਉਂਦਾ, ਕਈ ਵਾਰ ਵੈਸੇ ਵੀ ਦਿਨ ਚੜ ਜਾਂਦੇ ਆ, ਜ਼ਰੂਰੀ ਨਹੀਂ ਕਿ ਪ੍ਰੈਗਨੈਂਸੀ ਹੈ ਤਾਂ ਹੀ ਦਿਨ ਚੜਨਗੇ, ਤੇ ਕਈ ਵਾਰ ਬਿਨਾਂ ਪ੍ਰੈਗਨੈਂਸੀ ਤੋਂ ਵੀ ਦਿਨ ਚੜ ਜਾਂਦੇ ਆ। ਪਹਿਲੇ ਦੇਖਣਾ ਪਏਗਾ ਤੁਸੀਂ ਪ੍ਰੈਗਨੈਂਟ ਹੋ ਕਿ ਨਹੀਂ ਹੋ। ਜਦ ਤੁਹਾਨੂੰ ਇੱਕ ਵਾਰ ਪਤਾ ਚੱਲ ਗਿਆ ਤੁਸੀਂ ਪ੍ਰੈਗਨੈਂਟ ਹੈਗੇ ਹੋ, ਉਸ ਤੋਂ ਬਾਅਦ ਤੁਹਾਡੀ ਮੈਡੀਸਿਨ ਸਟਾਰਟ ਹੋ ਜਾਂਦੀ ਹੈ। ਸਿੰਪਲ ਜਿਹੜੀ ਫਸਟ 3 ਮੰਥਸ ਹੈ ਫੋਲਿਕ ਐਸਿਡ ਸਟਾਰਟ ਹੋ ਜਾਂਦਾ। ਕੋਈ ਸਿੰਪਟਮ ਤੁਹਾਡਾ ਹੈ, ਕੋਈ ਵੋਮਟਿੰਗ ਦੀ ਫੀਲਿੰਗ ਹੁੰਦੀ ਹੈ, ਕੋਈ ਹੋਰ ਪ੍ਰੋਬਲਮ ਹੈਗੀ ਹੈ, ਉਹਦੀ ਅਸੀਂ ਮੈਡੀਸਿਨ ਸਟਾਰਟ ਕਰ ਦਿੰਦੇ ਆ। ਉਸ ਤੋਂ ਬਾਅਦ ਤੁਸੀਂ ਹਰ 15 ਦਿਨ ਦੇ ਬਾਅਦ ਇੱਕ ਵਾਰ ਡਾਕਟਰ ਨੂੰ ਜਾ ਕੇ ਚੈੱਕਅਪ ਜ਼ਰੂਰ ਕਰਾਉਣਾ ਹੈ। ਜਦ ਤੁਹਾਡੇ 3 ਮਹੀਨੇ ਦੀ ਪ੍ਰੈਗਨੈਂਸੀ ਪੂਰੀ ਹੋ ਜਾਂਦੀ ਹੈਗੀ ਹੈ, ਉਸ ਤੋਂ ਬਾਅਦ ਬੱਚੇ ਦੇ ਅੰਗ ਬਣ ਜਾਂਦੇ ਆ, ਦਿਲ ਦੀ ਧੜਕਨ ਆ ਜਾਂਦੀ ਹੈ, ਤੇ ਤੁਸੀਂ ਰੂਟੀਨ ਵਿੱਚ ਜਾ ਕੇ ਆਪਣੀ ਹਰ 15 ਦਿਨ ਬਾਅਦ ਜਾਂ ਮਹੀਨੇ ਬਾਅਦ ਜਿੱਦਾਂ ਵੀ ਤੁਹਾਨੂੰ ਡਾਕਟਰ ਬੁਲਾ ਰਿਹਾ ਹੈਗਾ, ਤੁਸੀਂ ਜਾ ਕੇ ਆਪਣੇ ਬੱਚੇ ਦੀ ਧੜਕਨ ਚੈੱਕ ਕਰਵਾਉਣੀ ਹੈ ਔਰ ਆਪਣਾ ਡਾਕਟਰ ਨੂੰ ਚੈੱਕਅਪ ਕਰਾਉਣਾ ਹੈ। ਜੋ ਉਹਨਾਂ ਨੇ ਮੈਡੀਸਿਨ ਦਿੱਤੀਆਂ ਉਹਨੂੰ ਸਟਾਰਟ ਕਰਨਾ। ਕਈ ਵਾਰੀ ਹੁੰਦਾ ਕਿ 15 ਦਿਨਾਂ ਬਾਅਦ ਚੈੱਕਅਪ ਦੇ ਲਈ ਗਏ ਤੇ ਉਹਨਾਂ 15 ਦਿਨਾਂ ਬਾਅਦ ਫਿਰ 5 ਦਿਨਾਂ ਬਾਅਦ ਤੁਹਾਨੂੰ ਆਪਣਾ ਆਪ ਠੀਕ ਨਹੀਂ ਲੱਗਦਾ, ਉਦੋਂ ਘਰੇ ਹੀ ਓੜ ਤੋੜ ਕਰਨ ਲੱਗ ਜਾਂਦੇ ਕਈ ਜਾਣੇ। ਉਹ ਠੀਕ ਹੈ ਓੜ ਤੋੜ ਕੇ ਡਾਕਟਰ ਕੋਲ ਜਾਣਾ ਚਾਹੀਦਾ? ਨਹੀਂ, ਅਗਰ ਤੁਹਾਨੂੰ 15 ਦਿਨ ਬਾਅਦ ਤੁਸੀਂ ਚੈੱਕਅਪ ਕਰਾਏ, ਤੁਹਾਡਾ ਸਭ ਕੁਝ ਠੀਕ ਸੀਗਾ, ਅਗਰ 5 ਦਿਨ ਬਾਅਦ ਤੁਹਾਨੂੰ ਦੁਬਾਰਾ ਕੋਈ ਮੁਸ਼ਕਿਲ ਆ ਰਹੀ ਹੈ, ਕੋਈ ਪ੍ਰੋਬਲਮ ਆ ਰਹੀ ਹੈ, ਤੁਸੀਂ ਆਪਣਾ ਜੋੜ ਤੋੜ ਨਹੀਂ ਲਗਾਉਣਾ। ਤੁਸੀਂ ਜਾਂ ਤਾਂ ਡਾਕਟਰ ਨਾਲ ਫੋਨ ਤੇ ਕੰਸਲਟ ਕਰੋ। ਅਗਰ ਤੁਹਾਨੂੰ ਡਾਕਟਰ ਕਹਿੰਦਾ ਕਿ ਤੁਸੀਂ ਆ ਕੇ ਦਿਖਾ ਕੇ ਜਾਓ ਤਾਂ ਤੁਹਾਨੂੰ ਡਾਕਟਰ ਕੋਲ ਹੀ ਜਾਣਾ ਚਾਹੀਦਾ, ਉਹਨਾਂ ਨੂੰ ਦਿਖਾਣ ਜਾਣਾ ਚਾਹੀਦਾ। ਹਾਈ ਰਿਸਕ ਪ੍ਰੈਗਨੈਂਸੀ ਬਾਰੇ ਬਹੁਤ ਸੁਣਿਆ, ਉਹ ਕੀ ਹੁੰਦੀ ਹੈ? ਹਾਈ ਰਿਸਕ ਪ੍ਰੈਗਨੈਂਸੀ ਦਾ ਮਤਲਬ ਹੈ ਕਿ ਅਗਰ ਤੁਹਾਨੂੰ ਪ੍ਰੈਗਨੈਂਸੀ ਵਿੱਚ ਕੋਈ ਕੰਪਲਿਕੇਸ਼ਨਸ ਆ ਰਹੀਆਂ, ਜਿੱਦਾਂ ਤੁਹਾਡਾ ਅਗਰ ਪ੍ਰੈਗਨੈਂਸੀ ਦੇ ਦੌਰਾਨ BP ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜਾਂ ਤੁਹਾਡੀ ਸ਼ੂਗਰ ਦੇ ਲੈਵਲਸ ਹਾਈ ਹੋ ਜਾਂਦੇ ਆ। ਕਈ ਵਾਰ ਕੀ ਹੁੰਦਾ, ਪਲੇਸੈਂਟ ਜਿਹੜਾ ਬੱਚੇ ਦੇ ਨਾਲ ਓਲ ਹੁੰਦੀ ਹੈ ਉਹ ਲੋਅਰ ਸਾਈਡ ਤੇ ਹੁੰਦੀ ਹੈ, ਉਹਦੇ ਕਰਕੇ ਕੰਪਲਿਕੇਸ਼ਨਸ ਆ ਸਕਦੀਆਂ ਹੈਗੀਆਂ। ਕਈਆਂ ਨੂੰ ਫਿਟਸ ਦੀ ਹਿਸਟਰੀ ਹੁੰਦੀ ਹੈ, ਸੀਜ਼ਰਸ ਦੀ ਹਿਸਟਰੀ ਹੈਗੀ ਹੈ, ਉਹਦੇ ਕਰਕੇ ਕੰਪਲਿਕੇਸ਼ਨਸ ਆ ਜਾਂਦੀਆਂ। ਇਹ ਸਾਰੀ ਜਿਹੜੀ ਕੰਪਲਿਕੇਸ਼ਨਸ ਹੈ ਇਹ ਹਾਈ ਰਿਸਕ ਪ੍ਰੈਗਨੈਂਸੀ ਵਿੱਚ ਆਉਂਦੀ ਹੈ। ਇੱਕ ਉਮਰ ਵੀ ਹੁੰਦੀ ਹੈ ਕਿ ਇਸ ਉਮਰ ਤੋਂ ਪਹਿਲਾਂ ਜੇ ਬੱਚੇ ਹੋ ਜਾਣ ਤਾਂ ਠੀਕ ਹੈ, ਇਸ ਉਮਰ ਤੋਂ ਬਾਅਦ ਜੇ ਬੱਚੇ ਹੋਏ ਤਾਂ ਤੁਹਾਡੀ ਸਿਹਤ ਵੀ ਤੇ ਬੱਚਿਆਂ ਦੀ ਸਿਹਤ ਵੀ ਖਰਾਬ ਹੋਏਗੀ। ਹਾਂ, ਅਗਰ ਆਪਾਂ ਕਨਸੀਵ ਕਰਨਾ ਚਾਹੁੰਦੇ ਹਾਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ 30 ਸਾਲ ਤੋਂ ਪਹਿਲੇ ਕੰਸੈਪਸ਼ਨ ਕਰ ਲਈਏ। 30 ਸਾਲ ਤੋਂ ਬਾਅਦ ਜਿੱਦਾਂ ਏਜ ਫੈਕਟਰ ਹੋ ਜਾਂਦਾ ਹੈ, ਕਈ ਪ੍ਰੋਬਲਮਸ ਹੈਲਥ ਇਸ਼ੂਜ਼ ਆ ਜਾਂਦੇ ਆ, BP ਵਧਣਾ ਸ਼ੁਰੂ ਹੋ ਜਾਂਦਾ ਹੈ, ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੋ ਗਈ, ਕਿਸੇ ਨੂੰ ਕੋਈ ਹੋਰ ਪ੍ਰੋਬਲਮ ਆ ਗਈ, ਉਹ ਹੈਲਥ ਇਸ਼ੂਜ਼ ਕਰਕੇ ਅਸੀਂ ਕਹਿੰਦੇ ਹਾਂ ਕਿ ਤੁਸੀਂ 30 ਸਾਲ ਤੋਂ ਪਹਿਲੇ ਹੀ ਕਨਸੀਵ ਕਰੋ। ਆਫਟਰ ਪ੍ਰੈਗਨੈਂਸੀ ਜਿਹੜੀ ਹੈ ਕੇਅਰ ਕਿੱਦਾਂ ਹੋਣੀ ਚਾਹੀਦੀ? ਇੱਕ ਤਾਂ ਡਾਕਟਰ ਕੇਅਰ ਕਰਦੇ ਨੇ, ਪ੍ਰੋਪਰ ਚੈੱਕਅਪ ਕਰਦੇ ਨੇ, ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਹੋਵੇ ਤਾਂ ਜੋ ਜਿਹੜੀਆਂ ਲੜਕੀਆਂ ਨੇ ਜਾਂ ਲੇਡੀਜ਼ ਨੇ ਉਹਨਾਂ ਨੂੰ ਸਟ੍ਰੈਸ ਵਗੈਰਾ ਨਾ ਹੋਵੇ। ਜਿਹੜੀ ਲੜਕੀ ਫਸਟ ਟਾਈਮ ਪ੍ਰੈਗਨੈਂਟ ਬਣ ਰਹੀ ਹੈ, ਹੋ ਰਹੀ ਹੈ, ਉਹਨੂੰ ਉਹਦੇ ਵਿੱਚ ਇੱਕਦਮ ਬਹੁਤ ਜ਼ਿਆਦਾ ਬਦਲਾਵ ਆਉਂਦੇ ਆ। ਪਹਿਲੇ ਜਿੱਦਾਂ ਮਰਜ਼ੀ ਉੱਠ ਕੇ ਚੱਲਣਾ ਸ਼ੁਰੂ ਕਰਤਾ, ਜੋ ਮਰਜ਼ੀ ਕਰ ਲਿਆ, ਜਿੱਦਾਂ ਦਾ ਮਰਜ਼ੀ ਖਾ ਲਿਆ। ਪਰ ਜਦ ਤੁਸੀਂ ਇੱਕ ਵਾਰ ਕਨਸੀਵ ਕਰ ਲਿਆ ਤੇ ਤੁਹਾਨੂੰ ਕਾਫੀ ਪ੍ਰੀਕਾਸ਼ਨਸ ਲੈਣੇ ਪੈਂਦੇ ਆ, ਹੈ ਨਾ। ਤੁਸੀਂ ਇੱਕਦਮ ਉੱਠ ਕੇ ਝਟਕੇ ਨਾਲ ਉੱਠ ਨਹੀਂ ਸਕਦੇ ਹੋ, ਇੱਕਦਮ ਦੌੜ ਭੱਜ ਕੇ ਤੁਸੀਂ ਨਹੀਂ ਚੱਲਣਾ, ਤੁਸੀਂ ਆਰਾਮ ਦੇ ਨਾਲ ਚੱਲਣਾ ਹੈ ਨਾ। ਹਾਈ ਹੀਲਸ ਨਹੀਂ ਤੁਸੀਂ ਪਾਣੀਆਂ, ਤੁਸੀਂ ਫਲੈਟ ਚੱਪਲ ਪਾਣੀ ਹੈ। ਹਾਈ ਹੀਲਸ ਪਾ ਕੇ ਤੁਸੀਂ ਚੱਲਦੇ ਹੋ, ਕਈ ਵਾਰ ਇੱਕਦਮ ਪੈਰ ਮੁੜ ਗਿਆ ਜਾਂ ਸਲਿਪ ਕਰ ਗਿਆ ਤਾਂ ਤੁਸੀਂ ਗਿਰਨ ਦੇ ਤੁਹਾਡੇ ਚਾਂਸ ਹੈਗੇ ਆ, ਹੈ ਨਾ। ਤੁਸੀਂ ਕੱਪੜੇ ਜਿਹੜੇ ਹੈ ਢਿੱਲੇ ਢਾਲੇ ਪਾਣੇ ਆ, ਬਹੁਤ ਜ਼ਿਆਦਾ ਕੱਸਿਆ ਕੱਪੜਾ ਨਹੀਂ ਪਾਣਾ ਹੈਗਾ, ਕੋਸ਼ਿਸ਼ ਕਰਨੀ ਹੈ ਥੋੜਾ ਜਿਹਾ ਲੂਜ਼ ਕੱਪੜਾ ਰੱਖੋ।
ਹੈ ਨਾ। ਜੇ ਗਰਮੀ ਦਾ ਮੌਸਮ ਵਿੱਚ ਸੂਤੀ ਕੱਪੜੇ ਪਾਓ ਤਾਂ ਕਿ ਤੁਹਾਨੂੰ ਘਬਰਾਹਟ ਬੇਚੈਨੀ ਨਾ ਹੋਵੇ ਜ਼ਿਆਦਾ। ਇਹ ਸਾਰੀ ਚੀਜ਼ਾਂ ਦਾ ਤੁਸੀਂ ਪ੍ਰੈਗਨੈਂਸੀ ਦੇ ਦੌਰਾਨ ਬਹੁਤ ਧਿਆਨ ਰੱਖਣਾ ਹੈ। ਕਈ ਲੇਡੀਜ਼ ਜਿੱਦਾਂ ਡੈਨਿਮ ਵੀ ਪਾ ਲੈਂਦੀਆਂ ਨੇ ਪ੍ਰੈਗਨੈਂਸੀ ਦੇ ਦੌਰਾਨ, ਜਾਂ ਹਾਂ। ਆਪਾਂ ਸਲਵਾਰ ਨੂੰ ਵੀ ਇੱਥੇ ਘੁੱਟ ਕੇ ਬੰਨ ਲੈਂਦੇ ਆ, ਹਾਂ। ਉਹ ਕਿੰਨਾ ਕੁ ਜਾਇਜ਼? ਆਪਾਂ ਕੱਸੇ ਕੱਪੜੇ ਨਹੀਂ ਪਾਣੇ, ਥੋੜਾ ਜਿਹਾ ਲੂਜ਼ ਕੱਪੜਾ ਪਾਓ। ਜ਼ਿਆਦਾ ਜਿਹੜਾ ਤੁਹਾਨੂੰ ਬਿਲਕੁਲ ਫਿਟਿੰਗ ਵਾਲਾ ਕੱਪੜਾ ਉਹ ਤੁਸੀਂ ਥੋੜਾ ਅਵੋਇਡ ਕਰੋ ਡਿਊਰਿੰਗ ਪ੍ਰੈਗਨੈਂਸੀ। ਜੇ ਅਸੀਂ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਹ ਕਹਿ ਦਿੰਦੇ ਇਹਨਾਂ ਦਿਨਾਂ 'ਚ ਬਾਹਰ ਨਹੀਂ ਘੁੰਮਣਾ ਚਾਹੀਦਾ, ਬਾਹਰ ਨਹੀਂ ਜਾਣਾ, ਸ਼ੁਭ ਨਹੀਂ ਹੁੰਦਾ, ਪਰ ਲੌਜੀਕਲੀ ਅਸੀਂ ਉਸ ਬੰਦੇ ਦੀ ਕੇਅਰ ਕਰਨੀ ਹੁੰਦੀ ਆ। ਆਊਟਿੰਗ ਤੇ ਜਾਣ ਨੂੰ ਜੇ ਮਨ ਵਗੈਰਾ ਕਰਦਾ ਤਾਂ ਲੱਗਦਾ ਕਿ ਟਰੈਵਲ ਹਰੇਕ ਲੇਡੀ ਦਾ ਆਪਣੀ ਕੈਪੇਬਿਲਿਟੀ ਤੇ ਡਿਪੈਂਡ ਕਰਦਾ, ਜਾਂ ਕਿੱਦਾਂ ਜੇ ਕਿਸੇ ਨੇ ਟਰੈਵਲਿੰਗ ਕਰਨੀ ਆ ਪ੍ਰੈਗਨੈਂਸੀ ਦੇ ਦੌਰਾਨ? ਪ੍ਰੈਗਨੈਂਸੀ ਦੇ ਦੌਰਾਨ ਜਿਹੜੀ ਤੁਹਾਡੀ ਟਰੈਵਲਿੰਗ ਹੁੰਦੀ ਹੈ, ਫਸਟ 3 ਮੰਥਸ ਤੁਸੀਂ ਟਰੈਵਲਿੰਗ ਅਵੋਇਡ ਕਰੋ, ਕਿਉਂਕਿ ਉਹਦੇ ਵਿੱਚ ਬੱਚਾ ਬਣਨਾ ਸ਼ੁਰੂ ਹੋਇਆ, ਹਾਲੇ ਪੇਟ ਵਿੱਚ ਨਹੀਂ ਆਇਆ। ਠੀਕ ਹੈ। ਜੇ ਆਪਾਂ ਸਫ਼ਰ ਕਰ ਰਹੇ ਹਾਂ, ਸੜਕਾਂ ਤੁਹਾਨੂੰ ਪਤਾ ਹੀ ਹੈ ਆਪਣੀ ਕਿਸ ਤਰ੍ਹਾਂ ਦੀਆਂ ਹੈਗੀਆਂ, ਹੈ ਨਾ। ਅਗਰ ਥੋੜਾ ਸਫ਼ਰ ਉਹਦੇ ਵਿੱਚ ਅਵੋਇਡ ਕਰੋ। ਜਿਹੜਾ 4 ਤੋਂ 6 ਮੰਥਸ ਜਿਹੜਾ ਟਾਈਮ ਹੈਗਾ ਉਹ ਥੋੜਾ ਸੇਫ ਪੀਰੀਅਡ ਆ ਜਾਂਦਾ ਹੈਗਾ। ਉਹਦੇ ਵਿੱਚ ਤੁਸੀਂ ਥੋੜਾ ਬਹੁਤ ਜਾ ਫਿਰ ਸਕਦੇ ਹੋ। ਅਗਰ ਕੋਈ ਅਰਜੈਂਟ ਹੈ ਤਾਂ ਤੁਸੀਂ ਤਾਂ ਹੀ ਟਰੈਵਲ ਕਰੋ, ਅਗਰ ਅਰਜੈਂਟ ਨਹੀਂ ਹੈ ਤਾਂ ਤੁਸੀਂ ਟਰੈਵਲ ਨਾ ਕਰੋ। ਬਾਕੀ ਅਗਰ ਤੁਸੀਂ ਵਰਕਿੰਗ ਲੇਡੀ ਹੈ ਤਾਂ ਉਹ ਤਾਂ ਤੁਹਾਨੂੰ ਜਾਣਾ ਹੀ ਹੈ ਕੰਮ ਕਰਨ ਵਾਸਤੇ, ਹੈ ਨਾ। ਤੇ ਉਹਨਾਂ ਤੁਸੀਂ ਸਫ਼ਰ ਕਰੋ ਜਿੰਨਾ ਜ਼ਰੂਰੀ ਹੈ, ਅਨਨੈਸੈਸਰਲੀ ਤੁਸੀਂ ਅਵੋਇਡ ਕਰੋ। ਕਈ ਲੜਕੀਆਂ ਪਹਿਲਾਂ ਬਹੁਤ ਵਰਕਆਊਟ ਕਰਦੀਆਂ ਨਾਰਮਲ ਜ਼ਿੰਦਗੀ ਦੇ ਵਿੱਚ, ਫਿਰ ਡਿਊਰਿੰਗ ਪ੍ਰੈਗਨੈਂਸੀ ਵੀ ਉਹਨਾਂ ਨੂੰ ਹੁੰਦਾ ਹੈ ਕਿ ਵਰਕਆਊਟ ਕੀਤਾ ਜਾਵੇ ਤਾਂ ਜੋ ਸਾਡੀ ਜਿਹੜੀ ਫਿਗਰ ਹੈ ਉਹ ਖਰਾਬ ਨਾ ਹੋਵੇ, ਸਹੀ ਰਵੇ। ਪਰ ਇੱਕ ਪ੍ਰੈਗਨੈਂਟ ਲੇਡੀ ਨੂੰ ਕਿਸ ਹੱਦ ਤੱਕ ਯੋਗਾ ਵਰਕਆਊਟ ਕਰਨਾ ਚਾਹੀਦਾ? ਜਿਸ ਤਰ੍ਹਾਂ ਤੁਸੀਂ ਪਹਿਲੇ ਜੋ ਮਰਜ਼ੀ ਵਰਕਆਊਟ ਕਰ ਸਕਦੇ ਸੀ, ਤੁਸੀਂ ਰਨਿੰਗ ਕਰ ਸਕਦੇ ਸੀ, ਜੰਪਿੰਗ ਕਰ ਸਕਦੇ, ਹੈ ਨਾ, ਜੰਪਿੰਗ ਜੈਕ, ਜੋ ਮਰਜ਼ੀ ਤੁਸੀਂ ਕਰ ਸਕਦੇ ਹੋ। ਪਰ ਡਿਊਰਿੰਗ ਪ੍ਰੈਗਨੈਂਸੀ ਆਪਾਂ ਇਹ ਸਭ ਕੁਝ ਨਹੀਂ ਕਰਨਾ। ਆਪਾਂ ਹਲਕੀ ਐਕਸਰਸਾਈਜ਼ ਕਰਨੀ ਹੈ ਤਾਂ ਕਿ ਸਾਨੂੰ ਬੱਚੇ ਤੇ ਕੋਈ ਅਸਰ ਨਹੀਂ ਆਏ। ਤੁਸੀਂ ਸਿੰਪਲ ਵਾਕ ਕਰ ਸਕਦੇ ਹੋ। ਯੋਗਾ ਜਿਹੜਾ ਸੇਫ ਹੈ ਬੱਚੇ ਵਾਸਤੇ, ਉਹ ਵਾਲੇ ਤੁਸੀਂ ਪੋਸਚਰਸ ਯੋਗਾ ਦੇ ਕਰ ਸਕਦੇ ਆ ਸਿੰਪਲੀ, ਹੈ ਨਾ। ਤੇ ਹੈਵੀ ਵਰਕਆਊਟ ਨਹੀਂ ਕਰਨਾ ਤੁਸੀਂ। ਕਈ ਲੇਡੀਜ਼ ਆ YouTube ਤੋਂ ਦੇਖ ਕੇ ਕਰਨ ਲੱਗ ਜਾਂਦੀਆਂ। ਹਾਂਜੀ। ਇੱਕ ਪ੍ਰੈਗਨੈਂਟ ਲੇਡੀ ਨੂੰ YouTube ਤੋਂ ਕੋਈ ਵੀ ਆਸਣ ਦੇਖ ਕੇ ਕਰਨਾ ਕਿੰਨਾ ਕੁ ਸਹੀ ਲੱਗਦਾ ਤੁਹਾਨੂੰ? ਤੁਸੀਂ ਜੋ ਵੀ ਤੁਸੀਂ ਆਸਨ ਕਰਨੇ ਆ, ਜੋ ਵੀ ਤੁਸੀਂ ਕਰਨਾ ਹੈ, ਵਿਦ ਗਾਈਡੈਂਸ ਕਰੋ। ਜਿਹੜਾ ਤੁਹਾਡਾ ਗਾਈਡ ਹੈ ਉਹਨੂੰ ਤੁਸੀਂ ਪੁੱਛੋ, ਜਾਂ ਤੁਸੀਂ ਆਪਣੇ ਡਾਕਟਰ ਕੋਲ ਸਲਾਹ ਕਰੋ ਕਿ ਅਸੀਂ ਯੋਗਾ ਦੇ ਕਿਹੜੇ ਪੋਸਚਰ ਕਰ ਸਕਦੇ ਹਾਂ, ਅਸੀਂ ਕਿਹੜੀ ਵਰਕਆਊਟ ਕਰ ਸਕਦੇ ਹਾਂ, ਕਿੰਨਾ ਅਸੀਂ ਐਕਸਰਸਾਈਜ਼ ਕਰ ਸਕਦੇ ਹਾਂ, ਹੈ ਨਾ। ਉਹ ਤੁਸੀਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਹੀ ਕਰੋ। ਸਿਰਫ YouTube ਤੋਂ ਦੇਖ ਕੇ ਤੁਸੀਂ ਨਹੀਂ ਕਰਨਾ ਸ਼ੁਰੂ ਕਰੋ। ਜਿਹੜੀ ਮੈਡੀਟੇਸ਼ਨ ਹੈ ਉਹ ਤੁਸੀਂ ਜ਼ਰੂਰ ਰਾਤ ਨੂੰ ਬੈਠ ਕੇ ਕਰ ਸਕਦੇ ਹੋ। ਮੈਡੀਟੇਸ਼ਨ ਦੀ ਕੋਈ ਪ੍ਰੋਬਲਮ ਨਹੀਂ ਹੈ, ਹੈ ਨਾ। ਉਹਦੇ ਜਿਹੜਾ ਤੁਹਾਡਾ ਸਟ੍ਰੈਸ ਹੈ, ਜਿੰਨਾ ਵੀ ਤੁਹਾਡੇ ਮਾਈਂਡ ਵਿੱਚ ਸਟ੍ਰੈਸ ਆ ਰਿਹਾ ਜਾਂ ਤੁਹਾਨੂੰ ਕਈ ਇਰੀਟੇਟ ਹੋ ਜਾਂਦੀ ਹੈ ਡਿਊਰਿੰਗ ਪ੍ਰੈਗਨੈਂਸੀ, ਹੈ ਨਾ, ਉਹ ਮਾਈਂਡ ਨੂੰ ਰਿਲੈਕਸ ਕਰੇਗਾ। ਥੋੜਾ ਬਹੁਤ ਤੁਸੀਂ ਪ੍ਰਾਣਾਯਾਮ ਕਰ ਸਕਦੇ ਹੋ। ਪ੍ਰਾਣਾਯਾਮ ਵਿੱਚ ਵੀ ਤੁਸੀਂ ਜਿਹੜੇ ਬਹੁਤ ਜ਼ਿਆਦਾ ਪੇਟ ਤੇ ਸਾਹ ਖਿੱਚਣਾ ਜੋੜ ਕੇ, ਉਹ ਵਾਲਾ ਪ੍ਰਾਣਾਯਾਮ ਤੁਸੀਂ ਨਹੀਂ ਕਰਨਾ। ਸਿੰਪਲੀ ਤੁਸੀਂ ਸਿੰਪਲ ਪ੍ਰਾਣਾਯਾਮ ਕਰ ਸਕਦੇ ਹੋ। ਭ੍ਰਾਮਰੀ ਪ੍ਰਾਣਾਯਾਮ ਕਰ ਲਓ, ਜਿਹਦੇ ਨਾਲ ਤੁਹਾਡਾ ਜਿਹੜੇ ਸਟ੍ਰੈਸ ਹੈ ਸਾਰੀ ਰਿਲੀਜ਼ ਹੋਏਗੀ। ਚਾਹੇ ਟਰੈਵਲਿੰਗ ਹੈ, ਚਾਹੇ ਐਕਸਰਸਾਈਜ਼ ਹੈ, ਵਰਕਆਊਟ ਹੈ, ਯੋਗਾ ਜਾਂ ਕੁਝ ਵੀ ਹੈ, ਤੁਹਾਡੀ ਹੈਲਥ ਦੇ ਅਕੋਰਡਿੰਗਲੀ ਤੁਹਾਡਾ ਡਾਕਟਰ ਤੁਹਾਨੂੰ ਸੁਜੈਸਟ ਕਰੇਗਾ, ਫਿਰ ਹੀ ਤੁਸੀਂ ਕੁਝ ਕਰਨਾ। ਡਾਕਟਰ ਦੀ ਸਲਾਹ ਦੇ ਨਾਲ ਜਾਂ ਤੁਹਾਡਾ ਜਿਹੜਾ ਗਾਈਡ ਹੈ, ਤੁਸੀਂ ਉਹਦੀ ਸਲਾਹ ਦੇ ਨਾਲ ਹੀ ਤੁਸੀਂ ਕਰੋਗੇ। ਆਪਣੇ ਆਪ ਤੁਸੀਂ ਕੁਝ ਨਹੀਂ ਕਰੋ ਡਿਊਰਿੰਗ ਪ੍ਰੈਗਨੈਂਸੀ। ਅੱਜ ਦੀ ਡੇਟ ਵਿੱਚ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਕਿ ਨਾਰਮਲ ਡਿਲੀਵਰੀ ਨਹੀਂ ਹੁੰਦੀ। ਪੁਰਾਣੇ ਬਜ਼ੁਰਗਾਂ ਨੂੰ ਸੁਣਦੇ ਆ, ਉਹ ਕਹਿ ਦਿੰਦੇ ਸੀ 5 ਨਿਆਣੇ ਜੰਮੇ ਆ, ਸਾਡਾ ਤਾਂ ਕੋਈ ਆਪਰੇਸ਼ਨ ਨਹੀਂ ਹੋਇਆ। ਤੇ ਹੁਣ ਇਹ ਚੀਜ਼ ਨਹੀਂ ਰਹੀ। ਨਾਰਮਲ ਡਿਲੀਵਰੀ ਹੋਵੇ, ਇਸ ਦੇ ਲਈ ਡਿਊਰਿੰਗ ਪ੍ਰੈਗਨੈਂਸੀ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਿਆ ਜਾਵੇ? ਸਭ ਤੋਂ ਪਹਿਲੀ ਗੱਲ ਹੈ, ਜਿਹੜਾ ਪੇਸ਼ੈਂਟ ਹੈ ਉਹ ਪ੍ਰੈਗਨੈਂਟ ਹੋ ਗਿਆ ਤਾਂ ਮਤਲਬ ਇਹ ਨਹੀਂ ਹੈ ਕਿ ਉਹ ਹੁਣ ਕੁਝ ਨਹੀਂ ਕਰੇਗਾ, ਹੈ ਨਾ। ਉਹਨੂੰ ਆਪਣਾ ਐਕਟੀਵਿਟੀ ਆਪਣੀ ਕਰਦੇ ਰਹਿਣਾ ਚਾਹੀਦਾ ਹੈ। ਥੋੜਾ ਉਹਨੂੰ ਐਕਟਿਵ ਰਹਿਣਾ ਚਾਹੀਦਾ। ਆਪਣੇ ਜਿਹੜੇ ਨਾਰਮਲ ਰੂਟੀਨ ਦੇ ਕੰਮ ਹੈ ਉਹ ਖੁਦ ਕਰੇ, ਹੈ ਨਾ। ਜਿੰਨਾ ਤੁਸੀਂ ਐਕਟਿਵ ਰਹੋਗੇ ਉਹਨਾਂ ਤੁਹਾਡਾ ਨਾਰਮਲ ਡਿਲੀਵਰੀ ਹੋਣ ਦੇ ਚਾਂਸਸ ਵਧਣਗੇ। ਅਗਰ ਤੁਹਾਨੂੰ ਕੋਈ ਕੰਪਲਿਕੇਸ਼ਨ ਹੈ ਤਾਂ ਤੁਸੀਂ ਬੈੱਡ ਰੈਸਟ ਤੇ ਜਾਓਗੇ, ਜਾਂ ਤੁਹਾਨੂੰ ਕੋਈ ਡਾਕਟਰ ਨੇ ਐਡਵਾਈਸ ਕੀਤਾ ਕਿ ਤੁਸੀਂ ਨਹੀਂ ਕੰਮ ਕਰਨਾ ਜਾਂ ਨਹੀਂ ਐਕਟੀਵਿਟੀ ਕਰਨੀ, ਬੈੱਡ ਰੈਸਟ ਕਰਨੀ ਹੈ, ਫਿਰ ਅਲੱਗ ਗੱਲ ਹੈ। ਅਦਰਵਾਈਜ਼ ਤੁਸੀਂ ਰੂਟੀਨ ਵਿੱਚ ਜਿੰਨਾ ਐਕਟਿਵ ਰਹੋਗੇ, ਜਿੰਨਾ ਆਪਣਾ ਕੰਮ ਚੱਲੋਗੇ ਫਿਰੋਗੇ, ਆਪਣਾ ਕੰਮ ਖੁਦ ਕਰੋਗੇ, ਉਹਨਾਂ ਤੁਹਾਡੇ ਨਾਰਮਲ ਹੋਣ ਦੇ ਚਾਂਸਸ ਜ਼ਿਆਦਾ ਹੋਣਗੇ। ਇਹ ਜਿਹੜਾ ਕੰਮ ਜ਼ਿਆਦਾ ਉਹ ਪਹਿਲੇ 3 ਮਹੀਨਿਆਂ 'ਚ ਵੀ ਕੀਤਾ ਜਾ ਸਕਦਾ ਜਾਂ 3 ਮਹੀਨਿਆਂ ਤੋਂ ਬਾਅਦ ਹੀ? ਫਸਟ 3 ਮੰਥਸ ਵਿੱਚ ਤੁਸੀਂ ਰੋਟੀ, ਕਿਉਂਕਿ ਉਹਦੇ ਵਿੱਚ ਫਸਟ 3 ਮੰਥਸ ਜਿਹੜੇ ਹੈਗੇ ਆ ਉਹਦੇ ਵਿੱਚ ਤੁਹਾਨੂੰ ਵੋਮਟਿੰਗ ਦੀ ਫੀਲਿੰਗ ਹੈ, ਕਈਆਂ ਨੂੰ ਨੋਜ਼ੀਆ ਬਹੁਤ ਹੁੰਦਾ ਹੈ, ਕਈਆਂ ਨੂੰ ਰਸੋਈ ਵਿੱਚ ਵੜਦਾ ਉਹਨੂੰ ਸਬਜ਼ੀ ਦੀ ਸਮੈਲ ਚੜ ਜਾਂਦੀ ਹੈ ਨਾ। ਦੁੱਧ ਪੀਂਦਾ ਉਹਨੂੰ ਇੱਕਦਮ ਵੋਮਿਟ ਕਰ ਜਾਂਦਾ। ਤੇ ਫਸਟ 3 ਮੰਥਸ ਵਿੱਚ ਥੋੜਾ ਜਿਹਾ ਤੁਸੀਂ ਘੱਟ ਰੱਖੋ, ਪਰ ਆਪਣੇ ਨਾਰਮਲ ਰੂਟੀਨ ਜੋ ਤੁਸੀਂ ਜਿੰਨਾ ਤੁਹਾਡੀ ਬੋਡੀ ਅਲਾਉ ਕਰ ਰਹੀ ਹੈ ਤੁਸੀਂ ਓਨਾ ਹੀ ਕਰੋ, ਉਸ ਤੋਂ ਐਕਸੈਸ ਨਹੀਂ ਕਰਨਾ। ਜੀ, ਇਹ ਵੀ ਕਿਹਾ ਜਾਂਦਾ ਹੈ ਕਿ ਪੈਰਾਂ ਪਰ ਬੈਠਣਾ ਵਧੀਆ ਹੁੰਦਾ। ਨਾਰਮਲ ਜ਼ਿੰਦਗੀ ਦੇ ਵਿੱਚ ਵੀ ਪੈਰਾਂ ਪਰ ਬੈਠਣਾ ਵਧੀਆ ਹੁੰਦਾ, ਤੇ ਪ੍ਰੈਗਨੈਂਟ ਲੇਡੀਜ਼ ਜਿਹੜੀਆਂ ਉਹਨਾਂ ਨੂੰ ਵੀ ਪੈਰਾਂ ਪਰ ਬੈਠਿਆਂ ਆਸਾਨੀ ਹੁੰਦੀ ਹੈ ਨਾਰਮਲ ਡਿਲੀਵਰੀ ਲਈ। ਸਹੀ ਹੈ ਇਹ?
ਜਿਹੜਾ 9th ਮੰਥ ਜੋ ਤੁਹਾਡਾ ਸਟਾਰਟ ਹੋ ਜਾਂਦਾ ਹੈ, ਉਹਦੇ ਵਿੱਚ ਪੇਸ਼ੈਂਟਸ ਕਈ ਜਿਸ ਤਰ੍ਹਾਂ ਉਹ ਕਹਿਣੀ ਸ਼ੁਰੂ ਕਰ ਦਿੰਦੇ ਆ, ਤੁਸੀਂ ਪੋਚੇ ਲਗਾਓ, ਤੁਸੀਂ ਪੈਰਾਂ ਭਾਰ ਬੈਠੋ ਤਾਂ ਕਿ ਤੁਹਾਡਾ ਬੱਚਾ ਜਿਹੜਾ ਥੋੜਾ ਨੀਚੇ ਆ ਜਾਏ, ਪੈਲਵਿਕ ਰੀਜਨ ਵਿੱਚ ਆ ਜਾਏਗਾ, ਉਹਦੇ ਨਾਲ ਜਿਹੜੀ ਥੋੜੀ ਜਿਹੀ ਡਿਲੀਵਰੀ ਤੁਹਾਡੀ ਈਜ਼ੀ ਹੋ ਜਾਂਦੀ ਹੈ। ਅਗਰ ਤੁਹਾਨੂੰ ਕੋਈ ਕੰਪਲਿਕੇਸ਼ਨ ਹੈ, ਸਪੋਜ਼ ਤੁਹਾਡਾ ਪਲੇਸੈਂਟਾ ਪ੍ਰੀਵੀਆ ਹੈ ਨਾ, ਜਾਂ ਤੁਹਾਡਾ ਬੱਚਾ ਟ੍ਰਾਂਸਵਰਸ ਲਾਈ ਵਿੱਚ ਹੈ ਜਾਂ ਬ੍ਰੀਚ ਹੈ, ਪੁੱਠਾ ਬੱਚਾ, ਫਿਰ ਤੁਸੀਂ ਪੈਰਾਂ ਭਾਰ ਨਹੀਂ ਜ਼ਿਆਦਾ ਬੈਠਣਾ, ਫਿਰ ਤੁਸੀਂ ਆਪਣਾ ਜਿੱਦਾਂ ਡਾਕਟਰ ਤੁਹਾਨੂੰ ਐਡਵਾਈਸ ਕਰ ਰਿਹਾ ਫਿਰ ਤੁਸੀਂ ਉਦਾਂ ਹੀ ਕਰਨਾ। ਸਰਜਰੀਅਨ ਡਿਲੀਵਰੀ ਜਿਹੜੀ ਹੈ ਉਹ ਠੀਕ ਆ, ਕਿਉਂਕਿ ਨਾਰਮਲ ਹੋਣ ਲੱਗ ਗਈ ਹੈ, ਕੁੜੀਆਂ ਨੂੰ ਡਰ ਲੱਗਦਾ ਰਹਿੰਦਾ, ਲੇਡੀਜ਼ ਨੂੰ ਕਿ ਬਲੱਡ ਬੜਾ ਘਟ ਜਾਣਾ, ਆਪਰੇਸ਼ਨ ਹੋ ਜਾਣਾ ਤੇ ਕਿੰਨੇ ਟਾਈਮ ਮੇਰੇ ਤੋਂ ਉੱਠਿਆ ਹੀ ਨਹੀਂ ਜਾਣਾ ਬੈੱਡ ਤੋਂ। ਇਸ ਤਰ੍ਹਾਂ ਕੁਛ ਨਹੀਂ ਹੈ। ਅੱਜ ਕੱਲ੍ਹ ਜਿਹੜੇ ਸਿਜ਼ੇਰੀਅਨਸ ਹੈ ਬਿਲਕੁਲ ਬਹੁਤ ਛੋਟਾ ਜਿਹਾ ਕੱਟ ਦਿੰਦੇ ਆ ਔਰ ਪਤਾ ਵੀ ਨਹੀਂ ਚੱਲਦਾ ਕਿੱਥੇ ਆਪਰੇਸ਼ਨ ਹੋਇਆ ਕਿੱਥੇ ਨਹੀਂ ਹੋਇਆ। ਉਹ ਵੀ ਆਪਰੇਸ਼ਨ ਤਾਂ ਤੁਹਾਡਾ ਹੋਏਗਾ ਅਗਰ ਤੁਹਾਨੂੰ ਕੋਈ ਕੰਪਲਿਕੇਸ਼ਨ ਹੈ, ਕੋਈ ਤੁਹਾਨੂੰ ਮੁਸ਼ਕਿਲ ਆ ਰਹੀ ਹੈ। ਅਗਰ ਬੱਚਾ ਪੁੱਠਾ ਹੈ ਨਾ, ਫਿਰ ਤਾਂ ਤੁਹਾਨੂੰ ਆਪਰੇਟ, ਅਗਰ ਹੈਲਦੀ ਬੇਬੀ ਹੈ, ਪੁੱਠਾ ਬੱਚਾ ਹੈਗਾ ਜਾਂ ਪਲੇਸੈਂਟਾ ਲੋਅਰ ਸਾਈਡ ਹੈਗਾ ਜਾਂ ਤੁਹਾਨੂੰ ਕੋਈ ਹੋਰ ਕੰਪਲਿਕੇਸ਼ਨ ਹੈਗੀ ਹੈ ਨਾ, ਪਾਣੀ ਬਹੁਤ ਜ਼ਿਆਦਾ ਅੰਦਰ ਬੱਚੇ ਜਾਂ ਬੇਬੀ ਬਹੁਤ ਹੈਲਦੀ ਹੈ, 4 kg ਪਲੱਸ ਹੈ, ਤੇ ਮਤਲਬ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਸ ਕਰਕੇ ਸਿਜ਼ੇਰੀਅਨ ਕਰਨਾ ਪੈ ਸਕਦਾ ਜੀ। ਤੇ ਇਹ ਹੁੰਦਾ ਹੈ ਕਿ ਪਹਿਲਾਂ ਤੁਹਾਡਾ ਸਿਜ਼ੇਰੀਅਨ ਹੋ ਗਿਆ ਤੇ ਬਾਅਦ ਚ ਨਾਰਮਲ ਡਿਲੀਵਰੀ ਦੀ ਇੱਛਾ ਹੋਵੇ, ਜਾਂ ਪਹਿਲਾਂ ਨਾਰਮਲ ਹੋ ਗਿਆ ਬਾਅਦ ਚ ਸਿਜ਼ੇਰੀਅਨ ਹੋ ਜਾਵੇ, ਇਦਾਂ ਹੋ ਜਾਂਦਾ? ਕਈ ਵਾਰ ਜ਼ਰੂਰੀ ਨਹੀਂ ਕਿ ਜੇ ਤੁਹਾਡਾ ਫਸਟ ਸਿਜ਼ੇਰੀਅਨ ਹੋਏ ਤਾਂ ਸੈਕਿੰਡ ਸਿਜ਼ੇਰੀਅਨ ਹੀ ਹੋਏਗਾ। ਅਗਰ ਤੁਸੀਂ 3 ਸਾਲ ਦਾ ਗੈਪ ਪਾ ਲੈਂਦੇ ਹੋ, ਫਸਟ ਸਿਜ਼ੇਰੀਅਨ ਤੁਹਾਡਾ ਕਿਸ ਰੀਜ਼ਨ ਕਰਕੇ ਹੋਇਆ, ਜੇ ਬੱਚਾ ਪੁੱਠਾ ਸੀ ਤਾਂ ਕਰਕੇ ਤੁਹਾਡਾ ਸਿਜ਼ੇਰੀਅਨ ਹੋਇਆ, ਤੇ ਜ਼ਰੂਰੀ ਨਹੀਂ ਕਿ ਦੂਸਰੀ ਟਾਈਮ ਬੱਚਾ ਪੁੱਠਾ ਹੀ ਹੋਏਗਾ, ਹੈ ਨਾ। ਬੱਚਾ ਤੁਹਾਡੀ ਨਾਰਮਲ ਡਿਲੀਵਰੀ ਹੋ ਸਕਦੀ ਹੈ। ਕਿਸ ਰੀਜ਼ਨ ਕਰਕੇ ਪਹਿਲੇ ਸਿਜ਼ੇਰੀਅਨ ਸੀਗਾ ਉਹ ਦੇਖਣਾ ਪਏਗਾ। ਅਗਰ ਤੁਹਾਡਾ ਗੈਪ ਵਿੱਚ 3 ਸਾਲ ਦਾ ਗੈਪ ਆ ਜਾਂਦਾ ਤਾਂ ਤੁਸੀਂ ਨਾਰਮਲ ਟਰਾਈ ਦੇ ਸਕਦੇ ਹੈਗੇ ਹੋ। ਤੇ ਜੇ ਫਸਟ ਨਾਰਮਲ ਡਿਲੀਵਰੀ ਹੈ, ਸੈਕਿੰਡ ਟਾਈਮ ਤੇ ਕੋਈ ਕੰਪਲਿਕੇਸ਼ਨ ਆ ਗਈ ਤੇ ਜ਼ਰੂਰੀ ਨਹੀਂ ਉਹ ਫਿਰ ਨਾਰਮਲ ਹੀ ਹੋਏਗਾ, ਸੈਕਿੰਡ ਟਾਈਮ ਸਿਜ਼ੇਰੀਅਨ ਵੀ ਹੋ ਸਕਦਾ ਹੈ। ਬੇਬੀਜ਼ ਦੇ ਵਿੱਚ ਕਿੰਨਾ ਗੈਪ ਹੋਣਾ ਚਾਹੀਦਾ? ਤੁਸੀਂ ਕਮ ਸੇ ਕਮ 3 ਸਾਲ ਦਾ ਗੈਪ ਜ਼ਰੂਰ ਰੱਖੋ। 2 ਬੱਚਿਆਂ ਦੇ ਵਿੱਚ 3 ਸਾਲ ਦਾ ਗੈਪ ਜ਼ਰੂਰ ਰੱਖੋ ਤਾਂ ਕਿ ਤੁਹਾਡੇ ਪਹਿਲਾ ਬੱਚਾ ਵੀ ਪਲ ਜਾਏਗਾ, ਸੈਕਿੰਡ ਤੁਹਾਡੇ ਜਿਹੜੇ ਹੈਲਥ ਇਸ਼ੂ ਸੀਗੇ ਉਹ ਵੀ ਤੁਹਾਡੇ ਅਨੀਮੀਆ ਜੋ ਵੀ ਤੁਹਾਨੂੰ ਵੀਕਨੈਸ ਆਈ ਹੈ ਉਹ ਸਾਰਾ ਤੁਹਾਡਾ ਕਵਰ ਹੋ ਜਾਏਗਾ, ਤੇ ਸੈਕਿੰਡ ਬੇਬੀ ਲਈ ਤੁਹਾਡੀ ਜਿਹੜੀ ਬੋਡੀ ਹੈ ਉਹ ਤਿਆਰ ਹੋ ਜਾਏਗੀ। ਕਈ ਲੇਡੀਜ਼ ਸ਼ਿਕਾਇਤ ਕਰਦੀਆਂ ਕਿ ਉਹਨਾਂ ਦੇ ਟਾਂਕੇ ਪੱਕ ਗਏ, ਉਸ ਦਾ ਕੀ ਕਾਰਨ ਹੁੰਦਾ ਹੈ ਤੇ ਉਹ ਕਿਵੇਂ ਠੀਕ ਰੱਖਿਆ ਜਾਵੇ? ਅਗਰ ਆਪਾਂ ਸਿਜ਼ੇਰੀਅਨ ਤੋਂ ਬਾਅਦ ਆਪਾਂ ਈਵਨ ਨਾਰਮਲ ਡਿਲੀਵਰੀ ਵਿੱਚ ਵੀ ਨੀਚੇ ਟਾਂਕੇ ਵਜਾਈਨਲ ਸਟਿਚਸ ਲੱਗਦੇ ਹੈਗੇ ਆ, ਹੈ ਨਾ। ਅਗਰ ਚਾਹੇ ਉਹ ਸਿਜ਼ੇਰੀਅਨ ਹੈ ਜਾਂ ਵਜਾਈਨਲ ਸਟਿਚਸ ਹੈਗੇ ਆ, ਅਗਰ ਆਪਾਂ ਉਹਦੀ ਪ੍ਰੋਪਰ ਕੇਅਰ ਨਹੀਂ ਕਰਦੇ ਤਾਂ ਉਹਨਾਂ ਦੇ ਭਰਨ ਦੇ ਚਾਂਸ ਹੁੰਦੇ ਆ। ਕਈ ਤੁਸੀਂ ਪੇਸ਼ੈਂਟਸ ਤੁਸੀਂ ਦੇਖੋਗੇ ਡਿਲੀਵਰੀ ਤੋਂ ਬਾਅਦ ਜਦ ਅਸੀਂ ਆਪਾਂ ਹਸਪੀਟਲ ਤੋਂ ਡਿਸਚਾਰਜ ਕਰ ਦਿੰਦੇ ਆ ਤਾਂ ਘਰ ਜਾ ਕੇ ਉਹ 10-10 ਦਿਨ ਨਹਾਉਂਦੇ ਨਹੀਂ ਹੈ, ਕਿਸੇ ਮੇਰੇ ਟਾਂਕੇ ਲੱਗੇ ਮੈਂ ਨਹਾਣਾ ਹੀ ਨਹੀਂ ਹੈ। ਇੱਦਾਂ ਨਹੀਂ ਕਰਨਾ, ਆਪਣੀ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਣਾ। ਔਰ ਬਰਸਾਤੀ ਮੌਸਮ ਵਿੱਚ ਟਾਂਕੇ ਭਰਨ ਦਾ ਥੋੜਾ ਜ਼ਿਆਦਾ ਚਾਂਸ ਹੁੰਦਾ ਹੈ, ਤੇ ਉਹਦੇ ਵਿੱਚ ਆਪਣੀ ਹਾਈਜੀਨ ਦਾ, ਆਪਣੀ ਸਰੀਰ ਦਾ ਜਿਹੜੀ ਸਫਾਈ ਹੈ ਉਸ ਦਾ ਤੁਸੀਂ ਪੂਰਾ ਧਿਆਨ ਰੱਖਣਾ। ਅਗਰ ਨੀਚੇ ਸਟਿਚਸ ਲੱਗੇ ਹੈ ਤੁਸੀਂ ਗਰਮ ਪਾਣੀ ਕਰੋ, ਉਹਦੇ ਵਿੱਚ ਬਿਟਾਡੀਨ ਦੀ ਡ੍ਰੌਪਸ ਪਾ ਕੇ ਡੇਲੀ ਉਹਨੂੰ ਵਾਸ਼ ਕਰਨਾ, ਔਰ ਫਿਰ ਉਸ ਤੋਂ ਬਾਅਦ ਬਿਟਾਡੀਨ ਟਿਊਬ ਲਗਾਉਣੀ ਹੈ। ਅਗਰ ਤੁਹਾਡੇ ਸਿਜ਼ੇਰੀਅਨ ਹੈਗਾ, ਉੱਪਰ ਸਟਿਚਸ ਹੈ ਤੇ ਉਹ ਤੁਹਾਡੀ ਪੱਟੀ ਕਰਕੇ ਭੇਜੀ ਹੋਈ ਆ ਉਹਨਾਂ ਨੇ ਤੁਹਾਨੂੰ, ਹੈ ਨਾ, ਤੇ ਅਗਰ ਪੱਟੀ ਉਖੜ ਜਾਂਦੀ ਜਾਂ ਕੋਈ ਮੁਸ਼ਕਿਲ ਆਉਂਦੀ ਤੁਸੀਂ ਡਾਕਟਰ ਕੋਲ ਜਾ ਕੇ ਦੁਬਾਰਾ ਆਪਣੀ ਡਰੈਸਿੰਗ ਕਰਵਾਓ। ਜੀ। ਨਾਰਮਲ ਡਿਲੀਵਰੀ ਤੋਂ ਬਾਅਦ ਅੱਗੇ ਘਰਾਂ 'ਚ ਸੁਣੀਦਾ ਸੀਗਾ ਕਿ ਹੁਣ ਪੰਜੀਰੀ, ਘਿਓ ਏਦਾਂ ਦੀਆਂ ਚੀਜ਼ਾਂ ਖਾਣ ਨੂੰ ਦਿਓ, ਹੈਨਾ, ਤੇ ਹੁਣ ਮੈਨੂੰ ਲੱਗਦਾ ਕੁੜੀਆਂ ਪਚਾ ਨਹੀਂ ਪਾਉਂਦੀਆਂ। ਅੱਜ ਕੱਲ ਥੋੜਾ ਜਿਹਾ ਉਹਨਾਂ ਅੱਗੇ ਜੋ ਲੇਡੀਜ਼ ਸੀਗੀਆਂ ਕਿੰਨਾ ਕੰਮ ਘਰ ਦਾ ਕੰਮ ਆਪ ਕਰਦੀਆਂ ਸੀ, ਬਾਕੀ ਕੰਮ ਆਪ ਕਰਨੇ ਉਹਨਾਂ ਨੇ, ਹੈ ਨਾ। ਅੱਜ ਕੱਲ ਹਰ ਚੀਜ਼ ਲਈ ਤੁਹਾਨੂੰ ਫੈਸਿਲਿਟੀਜ਼ ਮਿਲੀਆਂ ਹੋਈਆਂ, ਕੰਮ ਵਾਲੀਆਂ ਲੱਗੀਆਂ ਹੋਈਆਂ, ਇਹਨਾਂ ਤੁਸੀਂ ਕੰਮ ਕਰਨਾ ਨਹੀਂ ਹੈ, ਤੇ ਇਸ ਕਰਕੇ ਥੋੜਾ ਹਜਮ ਹੋਣ 'ਚ ਪ੍ਰੋਬਲਮ ਆਉਂਦੀ ਹੈ। ਇੱਕ ਤੁਸੀਂ ਰੈਸਟ ਤੇ ਬੈਠੇ ਹੈਗੇ ਹੋ, ਹੈ ਨਾ, ਤੇ ਜਿਹੜਾ ਘਿਓ ਪੰਜੀਰੀ ਹੈ ਅਗਰ ਤੁਸੀਂ ਹਾਈਪਰਟੈਂਸਿਵ ਨਹੀਂ ਹੋ ਤਾਂ ਤੁਸੀਂ ਆਫਟਰ ਡਿਲੀਵਰੀ ਥੋੜਾ ਬਹੁਤ ਲੈ ਸਕਦੇ ਹੋ। ਅਗਰ ਤੁਹਾਨੂੰ ਬੀਪੀ ਦੀ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਫਿਰ ਤੁਸੀਂ ਘਿਓ ਪੰਜੀਰੀ ਅਵੋਇਡ ਕਰੋ। ਤੇ ਸਰਜਰੀਅਨ ਹੁੰਦਾ ਜਦੋਂ ਬੇਬੀ, ਤੇ ਉਸ ਤੋਂ ਬਾਅਦ ਡਾਈਟ ਦਾ ਕੀ ਖਿਆਲ ਰੱਖਣਾ ਚਾਹੀਦਾ ਹੈ ਲੇਡੀਜ਼ ਨੂੰ ਆਪਣੇ ਲਈ? ਜਦੋਂ ਤੁਹਾਡਾ ਸਿਜ਼ੇਰੀਅਨ ਹੋ ਜਾਂਦਾ ਹੈ ਤੁਸੀਂ ਆਪਣੀ ਡਾਈਟ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ। ਸਿਜ਼ੇਰੀਅਨ ਤੋਂ ਕੁਝ ਵਿਦਿਨ 7 ਡੇਜ਼ ਜਿਹੜਾ ਤੁਸੀਂ ਬਹੁਤ ਜ਼ਿਆਦਾ ਹੈਵੀ ਡਾਈਟ ਨਹੀਂ ਲੈਣੀ। ਨੋਰਮਲ ਜਿਹੜੇ ਪਹਿਲੇ 3 ਦਿਨ ਹੈਗਾ ਉਹਦੇ ਵਿੱਚ ਤੁਸੀਂ ਸਿੰਪਲ ਲਿਕੁਇਡ ਲੈਣਾ, ਖਿਚੜੀ ਦਲੀਆ ਤੁਸੀਂ ਲੈ ਸਕਦੇ ਹੋ, ਹੈ ਨਾ। ਇੱਕ ਵਾਰ ਤੁਹਾਨੂੰ ਜਦ ਟਾਇਲਟ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਨਾਰਮਲ ਰੂਟੀਨ ਵਿੱਚ ਆਪਣੀ ਜੋ ਡਾਈਟ ਲੈ ਰਹੇ ਹੋ ਤੁਸੀਂ ਉਹ ਸਟਾਰਟ ਕਰ ਸਕਦੇ ਹੈਗੇ ਹੋ। ਪਰ ਬਹੁਤ ਜ਼ਿਆਦਾ ਹੈਵੀ ਖਾਣਾ ਤੁਸੀਂ ਅਵੋਇਡ ਕਰੋ ਤਾਂ ਕਿ ਤੁਹਾਨੂੰ ਕਨਸਟੀਪੇਸ਼ਨ ਵਗੈਰਾ ਨਾ ਹੋਵੇ। ਔਰ ਅਗਰ ਕਨਸਟੀਪੇਸ਼ਨ ਹੋਏਗੀ ਤੇ ਤੁਹਾਡੇ ਟਾਂਕਿਆਂ ਤੇ ਜ਼ੋਰ ਲੱਗਣਾ, ਤੁਹਾਨੂੰ ਮੁਸ਼ਕਿਲ ਆਏਗੀ। 40 to 45 ਡੇਜ਼ ਦੀ ਰੈਸਟ ਹੁੰਦੀ ਹੈ ਆਫਟਰ ਪ੍ਰੈਗਨੈਂਸੀ, ਡਿਲੀਵਰੀ ਤੋਂ ਬਾਅਦ, ਤੇ
ਫਿਰ ਇੱਕਦਮ ਆਪਾਂ ਰੂਟੀਨ ਤੇ ਵਾਪਸ ਆ ਜਾਂਦੇ ਆ। ਹੌਲੀ ਹੌਲੀ ਆਪਾਂ ਨੂੰ ਤੇਜ਼ ਹੋਣਾ ਚਾਹੀਦਾ ਹੈ ਕਿ ਕਈ ਜਾਣੇ ਇੱਕਦਮ ਲੇਡੀਜ਼ ਅਚਾਨਕ ਕੰਮ ਕਰਨ ਲੱਗ ਜਾਂਦੀਆਂ, ਕਿਹੜਾ ਸਹੀ ਦੱਸੋਗੇ ਤੁਸੀਂ? ਜਦੋਂ ਅਗਰ ਤੁਹਾਡੀ ਨਾਰਮਲ ਡਿਲੀਵਰੀ ਹੈਗੀ ਹੈ ਨਾ, ਹਾਂਜੀ। ਤੁਸੀਂ 5-10 ਦਿਨਾਂ ਵਿੱਚ ਤੁਸੀਂ ਠੀਕ ਹੋ ਜਾਂਦੇ, ਤੁਸੀਂ ਥੋੜਾ ਬਹੁਤ ਚੱਲਣਾ ਫਿਰਨਾ ਸ਼ੁਰੂ ਕਰ ਸਕਦੇ ਹੋ। ਹੂੰ। ਬਾਕੀ ਇਹ ਜਿਹੜਾ 45 ਡੇਜ਼ ਜਿਹੜਾ ਛਿਲੇ ਦਾ ਟਾਈਮ ਬਣਿਆ, ਇਸ ਦਾ ਮਤਲਬ ਇਹੀ ਹੁੰਦਾ ਕਿ ਤੁਹਾਨੂੰ ਜ਼ਿਆਦਾ ਲੋਕਾਂ ਦੇ ਨਾਲ ਤੁਸੀਂ ਮਿਲਣਾ ਨਹੀਂ ਹੈ, ਅਵੋਇਡ ਕਰਨਾ ਹੈ, ਤਾਂ ਕਿ ਤੁਹਾਨੂੰ ਕੋਈ ਇਨਫੈਕਸ਼ਨ, ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਕੋਈ ਇਨਫੈਕਸ਼ਨ ਨਹੀਂ ਹੋਵੇ। ਤੁਹਾਡੀ ਡਾਈਟ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਨਾ, ਤੁਹਾਡੀ ਮਾਲਿਸ਼ ਵਾਲੀ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਤੁਹਾਨੂੰ ਪੂਰਾ ਆਰਾਮ ਮਿਲੇ ਉਸ ਟਾਈਮ ਤੇ। ਉਸ ਤੋਂ ਬਾਅਦ ਤੁਸੀਂ ਇੱਕਦਮ ਨਹੀਂ ਤੁਸੀਂ ਕੰਮ ਵਾਲੇ ਪਾਸੇ ਹੋ ਨਾ, ਹੌਲੀ ਹੌਲੀ ਜਿੱਦਾਂ ਬੱਚੇ ਨੂੰ ਵੀ ਤੁਸੀਂ ਫੀਡ ਦੇਣੀ ਹੈ, ਬੱਚੇ ਦਾ ਕਰਕੇ ਵੀ ਤੁਹਾਡਾ ਕੰਮ ਵੱਧ ਜਾਂਦਾ ਹੈਗਾ ਹੈ ਨਾ, ਤੇ ਥੋੜਾ ਜਿਹਾ ਘਰ ਵਾਲੇ ਜਿਹੜੇ ਫੈਮਿਲੀ ਮੈਂਬਰਸ ਹੈ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ, ਔਰ ਸਲੋਲੀ ਤੁਸੀਂ ਆਪਣੀ ਨਾਰਮਲ ਰੂਟੀਨ ਵਿੱਚ ਦੁਬਾਰਾ ਵਾਪਸ ਆਓ। ਮੋਟਾਪੇ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ ਕਿ ਆਫਟਰ ਡਿਲੀਵਰੀ ਜਿਹੜੀਆਂ ਲੇਡੀਜ਼ ਆ ਉਹ ਮੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉਸ ਨੂੰ ਕੰਟਰੋਲ ਕਿੱਦਾਂ ਕੀਤਾ ਜਾਵੇ? ਜਦੋਂ ਆਪਾਂ ਡਿਲੀਵਰੀ ਹੋ ਗਈ ਹੈ ਨਾ, ਬੇਬੀ ਆਊਟ ਹੋਇਆ, ਪਲੇਸੈਂਟਾ ਆਊਟ ਹੋਇਆ, ਬਲੀਡਿੰਗ ਹੁੰਦੀ ਰਹਿੰਦੀ ਤੁਹਾਨੂੰ ਮਹੀਨਾ ਸਵਾ ਮਹੀਨਾ, ਆਟੋਮੈਟਿਕਲੀ ਤੁਹਾਡਾ ਜਿਹੜਾ 6-7 ਕਿਲੋ weight ਰਿਡਿਊਸ ਹੋ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਇਹ ਨਹੀਂ ਕਿ ਹੁਣ ਆਪਣੀ ਡਿਲੀਵਰੀ ਅਸੀਂ ਪੰਜੀਰੀਆਂ ਖਾ ਰਹੇ ਹਾਂ, ਅਸੀਂ ਡਾਈਟ ਹੈਵੀ ਖਾ ਰਹੇ ਹਾਂ, ਕਈ ਖਾਣੇ ਦੇ ਵਿੱਚ ਘਿਓ ਪਾ ਕੇ ਖਾ ਰਹੇ ਹਾਂ, ਤਾਂ ਉਹ ਨੈਚੁਰਲੀ ਓਵਰਵੇਟ ਤੁਹਾਡਾ ਜਾਏਗਾ। ਰੂਟੀਨ ਆਪਣੀ ਡਾਈਟ ਰੱਖੋ, ਥੋੜਾ ਬਹੁਤ ਤੁਸੀਂ ਆਪਣਾ ਸੈਰ ਕਰ ਸਕਦੇ ਹੋ, ਸ਼ਾਮ ਦੀ ਸਵੇਰ ਦੀ ਸੈਰ ਕਰੋ, ਹਲਕਾ ਹਲਕਾ ਕੁਛ ਵੀ ਤੁਸੀਂ ਯੋਗਾਸਨ ਜਾਂ ਕੁਛ ਤੁਸੀਂ ਆਫਟਰ 45 ਡੇਜ਼, ਅਗਰ ਨਾਰਮਲ ਡਿਲੀਵਰੀ ਹੈ, ਅਗਰ ਸਿਜ਼ੇਰੀਅਨ ਹੈ ਆਫਟਰ 3 ਮੰਥਸ ਤੁਸੀਂ ਸਟਾਰਟ ਕਰ ਸਕਦੇ ਹੋ। ਜਦ ਤੁਸੀਂ ਨਾਰਮਲ ਰੂਟੀਨ ਵਿੱਚ ਆਓਗੇ, ਆਪਣੀ ਡਾਈਟ ਨੂੰ ਤੁਸੀਂ ਥੋੜਾ ਕੰਟਰੋਲ ਕਰੋਗੇ ਹੈ ਨਾ, ਤੇ ਤੁਹਾਡਾ ਆਟੋਮੈਟਿਕਲੀ ਜਿਹੜਾ weight ਹੈ ਰਿਡਿਊਸ ਹੋਣਾ ਸ਼ੁਰੂ ਹੋ ਜਾਏਗਾ। ਕਈ ਲੇਡੀਜ਼ ਨੂੰ ਵੀਕਨੈਸ ਦੀ ਬੜੀ ਦਿੱਕਤ ਆਉਂਦੀ ਹੈ, ਚੱਕਰ ਬੜੇ ਆਉਣ ਲੱਗ ਜਾਂਦੇ ਆ, ਥੋੜੀ ਦੇਰ ਬਾਅਦ ਤੁਰਨਾ, ਫੇਰ ਬਹਿ ਜਾਣਾ, ਫੇਰ ਤੁਰਨਾ, ਫੇਰ ਬਹਿ ਜਾਣਾ, ਉਹਨਾਂ ਦੀ ਰੂਟੀਨ ਹੀ ਨਹੀਂ ਬਣ ਪਾਉਂਦੀ, ਕਿੰਨਾ ਚਿਰ ਉਹਨਾਂ ਦੀ ਵੀਕਨੈਸ ਹੀ ਨਹੀਂ ਜਾਂਦੀ, ਉਹਦਾ ਕੀ ਇਲਾਜ ਸਹੀ ਤਰੀਕੇ ਨਾਲ ਹੋ ਸਕਦਾ? ਅਗਰ ਤੁਹਾਡਾ HP ਘੱਟ ਹੈ, ਹੀਮੋਗਲੋਬਿਨ ਘੱਟ ਹੈਗਾ, ਤੇ ਤੁਹਾਨੂੰ ਬਹੁਤ ਜ਼ਿਆਦਾ ਵੀਕਨੈਸ ਫੀਲ ਹੁੰਦੀ ਹੈ, ਅਗਰ ਡਿਲੀਵਰੀ ਵਿੱਚ ਵੀ ਤੁਹਾਨੂੰ ਬਲੀਡਿੰਗ ਹੋ ਰਹੀ ਹੈ, ਉਹਦੇ ਕਰਕੇ ਵੀ ਵੀਕਨੈਸ ਆ ਰਹੀ ਹੈ, ਇਹਦੇ ਲਈ ਤੁਹਾਨੂੰ ਆਪਣੀ ਡਾਈਟ ਵੱਲ ਧਿਆਨ ਜ਼ਿਆਦਾ ਦੇਣਾ ਹੈ। ਤੁਸੀਂ ਆਪਣੀ ਡਾਈਟ ਵਿੱਚ ਫਰੂਟਸ ਨੂੰ ਜ਼ਿਆਦਾ ਲਓ, ਦੁੱਧ ਦਾ ਧਿਆਨ, ਦੁੱਧ ਆਪਣਾ ਸਵੇਰ ਦੁਪਹਿਰ ਸ਼ਾਮ, ਤੁਸੀਂ ਬੱਚੇ ਨੂੰ ਵੀ ਫੀਡ ਦੇ ਰਹੇ ਹੋ ਹੈ ਨਾ, ਤਾਂ ਇਸ ਕਰਕੇ ਤੁਹਾਨੂੰ ਖੁਦ ਨੂੰ ਵੀ ਦੁੱਧ ਪੀਣਾ ਚਾਹੀਦਾ ਹੈ। ਪ੍ਰੋਟੀਨ ਰਿਚ ਡਾਈਟ ਲਓ, ਸੁਬਹ ਤੁਸੀਂ ਨਟਸ ਲੈ ਸਕਦੇ ਹੈਗੇ ਹੋ ਹੈ ਨਾ, ਬਦਾਮ ਭਿਗੋ ਕੇ ਰੱਖੇ, ਅਖਰੋਟ ਭਿਗੋ ਕੇ ਰੱਖਿਆ, ਉਹ ਤੁਸੀਂ 5-5 ਪੀਸ ਤੁਸੀਂ ਲੈ ਲਏ, ਤੇ ਇਸ ਤਰ੍ਹਾਂ ਆਪਣੀ ਜਿਹੜੀ ਡਾਈਟ ਹੈ ਉਹਦਾ ਤੁਸੀਂ ਮੇਨ ਧਿਆਨ ਰੱਖਣਾ ਹੈ। ਡਾਕਟਰ ਕਈ ਕਹਿੰਦੇ ਨੇ ਕਿ ਮੈਂ ਬੈਲਟ ਲਗਾ ਕੇ ਰੱਖਦੀ ਹਾਂ ਕਿਤੇ ਮੇਰਾ ਸਟਮਕ ਬਾਹਰ ਨਾ ਆਵੇ, ਆਪਣੇ ਆਪ ਨੂੰ ਫਿਟ ਰੱਖਣ ਦੇ ਲਈ। ਪ੍ਰੈਗਨੈਂਸੀ ਤੋਂ ਬਾਅਦ ਬੈਲਟ ਲਾ ਲੈਣੀ ਤੁਹਾਡੀ ਹੈਲਥ ਤੇ ਕੋਈ ਅਸਰ ਨਹੀਂ ਕਰਦੀ? ਨਹੀਂ, ਜੇ ਅਗਰ ਤੁਹਾਡਾ ਸਿਜ਼ੇਰੀਅਨ ਹੈਗਾ ਹੈ ਨਾ, ਅਸੀਂ ਖੁਦ ਪੇਸ਼ੈਂਟਸ ਨੂੰ ਕਹੀਦਾ ਤੁਸੀਂ ਬੈਲਟ ਲਗਾ ਕੇ ਰੱਖੋ, ਤਾਂ ਕਿ ਜਦੋਂ ਅਗਰ ਸਪੋਜ਼ ਕਰੋ ਤੁਹਾਨੂੰ ਕੋਈ ਖਾਂਸੀ ਆ ਰਹੀ ਹੈ, ਛਿੱਕ ਆਈ ਹੈ, ਇੱਕਦਮ ਤੁਹਾਡੇ ਸਟਿਚਸ ਤੇ ਸਟੇਨ ਨਾ ਪਏ ਹੈ ਨਾ, ਖਿੱਚਣਾ ਪਵੇ, ਇਸ ਕਰਕੇ ਅਸੀਂ ਕਹੀਦਾ ਕਿ ਤੁਸੀਂ ਬੈਲਟ ਨੂੰ ਲਗਾ ਕੇ ਰੱਖੋ। ਓਕੇ, ਮਤਲਬ ਬੈਲਟ ਲਾਉਣੀ ਠੀਕ ਹੈ, ਇਹਦੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ, ਇਹਦੇ 'ਚ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਤੇ ਅਗਰ ਆਫਟਰ ਸਿਜ਼ੇਰੀਅਨ ਤੁਸੀਂ ਬੈਲਟ ਲਗਾਓਗੇ ਤੇ ਤੁਹਾਨੂੰ ਇੱਕਦਮ ਝਟਕਾ ਨਹੀਂ ਲੱਗੇਗਾ। ਓਕੇ, ਪਰੇਸ਼ਾਨੀ ਆਉਂਦੀ ਹੈ ਉਹਨਾਂ ਲੇਡੀਜ਼ ਨੂੰ, ਉਹਨਾਂ ਲੜਕੀਆਂ ਨੂੰ ਜਿਹੜੀਆਂ ਪ੍ਰੈਗਨੈਂਟ ਹੋ ਗਈਆਂ, ਪ੍ਰੈਗਨੈਂਟ ਹੋਣ ਤੋਂ ਬਾਅਦ ਡਿਲੀਵਰੀ ਹੋ ਗਈ, ਡਿਲੀਵਰੀ ਤੋਂ ਬਾਅਦ ਡਿਪਰੈਸ਼ਨ ਹੋ ਗਿਆ। ਬੜੇ ਸਾਰੇ ਕੇਸਿਸ ਇਦਾਂ ਦੇ ਸਾਹਮਣੇ ਆਉਂਦੇ ਆ, ਆਫਟਰ ਡਿਲੀਵਰੀ ਕੁੜੀਆਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ। ਸਭ ਤੋਂ ਪਹਿਲਾਂ ਕਾਰਨ ਦੱਸੋ ਕਿ ਉਹ ਡਿਪਰੈਸ਼ਨ ਦੇ ਵਿੱਚ ਕਿਉਂ ਚਲੀਆਂ ਜਾਂਦੀਆਂ? ਇੱਕਦਮ ਦੇਖੋ ਤੁਹਾਡੀ ਲਾਈਫ ਸਟਾਈਲ ਚੇਂਜ ਹੋ ਗਿਆ, ਤੁਸੀਂ ਇੱਕ ਪਹਿਲੇ ਤੁਸੀਂ ਇਕੱਲੇ ਸੀਗੇ, ਹੁਣ ਇੱਕ ਬੇਬੀ ਤੁਹਾਡੇ ਕੋਲ ਆ ਗਿਆ, ਉਹਨੂੰ ਤੁਸੀਂ ਫੀਡ ਵੀ ਕਰਨੀ ਹੈ, ਉਹਨੂੰ ਸੰਭਾਲਣਾ ਵੀ ਹੈ। ਕਈਆਂ ਨੂੰ ਕੀ ਹੈ, ਜਿਸ ਤਰ੍ਹਾਂ ਨਿਊਕਲੀਅਰ ਫੈਮਿਲੀਜ਼ ਹੈ, ਅਗਰ ਵੱਡਾ ਬੰਦਾ ਘਰ ਨਹੀਂ ਹੈਗਾ ਤੇ ਨੈਚੁਰਲੀ ਤੁਹਾਨੂੰ ਡਿਪਰੈਸ਼ਨ ਆਏਗੀ, ਤੁਹਾਨੂੰ ਕੋਈ ਹੈਲਪਿੰਗ ਹੈਂਡ ਨਹੀਂ ਮਿਲ ਰਿਹਾ। ਜਿਸ ਤਰ੍ਹਾਂ ਜੁਆਇੰਟ ਫੈਮਿਲੀਜ਼ ਵਿੱਚ ਤੁਹਾਨੂੰ ਜੋ ਵੀ ਤੁਹਾਡੇ ਫੈਮਿਲੀ ਮੈਂਬਰਸ ਆ ਉਹਨਾਂ ਤੁਹਾਡੀ ਹੈਲਪ ਕਰ ਦੇਣੀ ਹੈ ਨਾ, ਜਦੋਂ ਤੁਹਾਨੂੰ ਉਹ ਹੈਲਪ ਨਹੀਂ ਮਿਲਦੀ ਹੈ ਔਰ ਬੱਚੇ ਨੂੰ ਤੁਹਾਨੂੰ ਖੁਦ ਸੰਭਾਲਣਾ ਪੈ ਰਿਹਾ, ਉਹਨੂੰ ਫੀਡ ਵੀ ਕਰਨਾ ਪੈ ਰਿਹਾ, ਅਗਰ ਤੁਸੀਂ ਵਰਕਿੰਗ ਵੂਮਨ ਆ, ਤੁਸੀਂ ਬਾਹਰ ਦਾ ਆਫਿਸ ਵੀ ਦੇਖਣਾ ਹੈ, ਤਾਂ ਨੈਚੁਰਲੀ ਤੁਹਾਨੂੰ ਡਿਪਰੈਸ਼ਨ ਆਏਗੀ, ਤੁਹਾਨੂੰ ਇਰੀਟੇਸ਼ਨ ਹੋਏਗੀ। ਇਹਨਾਂ ਚੀਜ਼ਾਂ ਤੋਂ ਅਵੋਇਡ ਕਰਨ ਵਾਸਤੇ ਸਾਨੂੰ ਚਾਹੀਦਾ ਕਿ ਸਾਨੂੰ ਫੈਮਿਲੀ ਦੀ ਸਪੋਰਟ ਉਸ ਟਾਈਮ ਤੇ ਬਹੁਤ ਜ਼ਰੂਰ ਹੈ। ਆਪਣਾ ਜਿਹੜਾ ਤੁਹਾਡਾ ਹਸਬੈਂਡ ਹੈ ਉਹ ਤੁਹਾਡੇ ਕੰਮ ਵਿੱਚ ਥੋੜੀ ਬਹੁਤ ਹੈਲਪ ਕਰਾਵੇ, ਤੁਹਾਡੀ ਇੱਕ ਰੂਟੀਨ ਸੈੱਟ ਕਰੋ, ਬੱਚੇ ਦੀ ਡਾਈਟ ਤੁਸੀਂ ਫੀਡ ਦੇਣਾ, ਉਹਦੀ ਟਾਈਮਿੰਗ ਸੈੱਟ ਕਰੋ। ਬੱਚੇ ਦੀ ਕਿਵੇਂ ਰੂਟੀਨ ਸੈੱਟ ਕਰੀਏ ਡਾਈਟ? ਤੁਸੀਂ ਅਗਰ ਰੈਗੂਲਰ ਟਾਈਮ ਤੇ, ਜਿਸ ਤਰ੍ਹਾਂ ਜਦੋਂ ਬੱਚਾ ਜਨਮ ਲੈਂਦਾ ਹੈ ਉਹਨੂੰ ਹਰ 2.5-3 ਘੰਟੇ ਤੱਕ ਬਾਅਦ ਉਹਨੂੰ ਫੀਡ ਚਾਹੀਦੀ ਹੈ, ਤੁਸੀਂ ਉਹਦਾ ਇੱਕ ਪੈਟਰਨ ਸੈੱਟ ਕਰ ਦਿਓ ਤਾਂ ਕਿ ਬੱਚੇ ਨੂੰ ਉਸੇ ਟਾਈਮ ਤੇ ਉਹਨਾਂ ਰੂਟੀਨ ਜਦ ਬਣ ਜਾਏਗੀ ਤਾਂ ਉਸੇ ਟਾਈਮ ਤੇ ਉਹ ਫੀਡ ਲਏਗਾ। ਠੀਕ ਹੈ, ਆਪਣਾ ਇਸ ਤਰ੍ਹਾਂ ਆਪਣਾ ਹਰ ਚੀਜ਼ ਨੂੰ ਤੁਸੀਂ ਇੱਕ ਟਾਈਮਲੀ ਸੈੱਟ ਕਰੋ, ਥੋੜਾ ਜਿਹਾ ਤੁਹਾਨੂੰ ਆਪਣਾ ਰੈਸਟ ਦਾ ਟਾਈਮ, ਆਪਣਾ ਉਹਦੇ ਵਿਚਕਾਰ ਤੁਹਾਨੂੰ
ਰੈਸਟ ਕਰਨ ਵਾਸਤੇ ਵੀ ਟਾਈਮ ਮਿਲ ਜਾਏਗਾ, ਫੈਮਿਲੀ ਦੀ ਸਪੋਰਟ ਮਿਲ ਰਹੀ ਹੈ ਨਾ। ਤੁਸੀਂ ਜੀ। ਆਪਣਾ ਅਗਰ ਹਸਬੰਡ ਤੁਹਾਨੂੰ ਸਪੋਰਟ ਦੇ ਰਿਹਾ ਤੇ ਤੁਹਾਡਾ ਇੱਕ ਟਾਈਮ ਸੈੱਟ ਮਿਲ ਜਾਏਗਾ, ਤੁਹਾਨੂੰ ਆਪਣਾ ਰਿਲੈਕਸ ਹੋਣ ਵਾਸਤੇ ਵੀ ਟਾਈਮ ਮਿਲੇਗਾ। ਕਈਆਂ ਨੂੰ ਡਿਊਰਿੰਗ ਪ੍ਰੈਗਨੈਂਸੀ ਥਾਇਰਾਇਡ ਹੋ ਜਾਂਦਾ, ਪਹਿਲਾਂ ਹਾਂਜੀ। ਨਹੀਂ ਹੁੰਦਾ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਦਰਮਿਆਨ ਪ੍ਰੈਗਨੈਂਸੀ ਦੇ ਕਿ ਉਹਨਾਂ ਨੂੰ ਥਾਇਰਾਇਡ ਹੋ ਗਿਆ। ਬੱਚੇ ਨੂੰ ਕੋਈ ਬਹੁਤਾ ਖਤਰਾ ਤਾਂ ਨਹੀਂ ਹੁੰਦਾ? ਨਹੀਂ, ਅਗਰ ਤੁਹਾਨੂੰ ਥਾਇਰਾਇਡ ਹੋ ਗਿਆ ਉਹਦੀ ਤੁਹਾਡੀ ਗੋਲੀ ਸ਼ੁਰੂ ਹੋ ਜਾਏਗੀ। ਓਕੇ, ਤੁਸੀਂ ਗੋਲੀ ਸਟਾਰਟ ਕਰਨੀ ਹੈ, ਕਿੰਨਾ ਲੈਵਲ ਤੁਹਾਡਾ ਥਾਇਰਾਇਡ ਦਾ ਹੈਗਾ ਉਸ ਦੇ ਅਕੋਰਡਿੰਗਲੀ ਡਾਕਟਰ ਨੇ ਤੁਹਾਨੂੰ ਮੈਡੀਸਿਨ ਸਟਾਰਟ ਕਰ ਦੇਣੀ, ਜਿਸ ਕਰਨ ਨਾਲ ਬੱਚੇ ਤੇ ਕੋਈ ਅਸਰ ਨਹੀਂ ਆਏਗਾ। ਤੇ ਜੇ ਪਹਿਲਾਂ ਥਾਇਰਾਇਡ ਹੈ ਤੇ ਫਿਰ ਪ੍ਰੈਗਨੈਂਟ ਹੋਣ ਦੇ ਲਈ ਕੀ ਕਰਨਾ ਪਏਗਾ? ਅਗਰ ਪਹਿਲੇ ਤੁਹਾਨੂੰ ਥਾਇਰਾਇਡ ਹੈ, ਹੁਣ ਤੁਸੀਂ ਕਨਸੀਵ ਕਰ ਲਿਆ ਹੈਗਾ ਹੈਨਾ, ਤੇ ਉਹਦੇ ਵਿੱਚ ਕਈ ਪੇਸ਼ੈਂਟਸ ਕਰਦੇ ਆ ਕਿ ਹੁਣ ਮੈਂ ਕਨਸੀਵ ਕਰ ਲਿਆ, ਹੁਣ ਮੈਂ ਥਾਇਰਾਇਡ ਦੀ ਗੋਲੀ ਬੰਦ ਕਰ ਦੇਣੀ ਹੈ। ਇਦਾਂ ਨਹੀਂ ਕਰਨਾ। ਅਗਰ ਤੁਹਾਨੂੰ ਥਾਇਰਾਇਡ ਹੈਗਾ, ਤੁਸੀਂ ਕਨਸੀਵ ਕੀਤਾ, ਤੁਸੀਂ ਇੱਕ ਵਾਰ ਰੂਟੀਨ ਆਪਣਾ ਥਾਇਰਾਇਡ ਦਾ ਚੈੱਕ ਕਰਵਾਓ, ਉਹਦੇ ਲੈਵਲਸ ਚੈੱਕ ਕਰੋ, ਗੋਲੀ ਨੂੰ ਵਧਾਉਣਾ ਹੈ ਜਾਂ ਘਟਾਉਣਾ ਹੈ, ਉਹ ਡਾਕਟਰ ਤੁਹਾਨੂੰ ਐਡਵਾਈਸ ਕਰੇਗਾ ਕਿ ਫਰਦਰ ਆਪਾਂ ਕਿੱਦਾਂ ਟ੍ਰੀਟਮੈਂਟ ਕਰਨਾ। ਜਦੋਂ ਨਾਰਮਲ ਡਿਲੀਵਰੀ ਹੁੰਦੀ ਆ ਉਦੋਂ ਕਈ ਪੇਸ਼ੈਂਟਸ ਕਹਿ ਦਿੰਦੇ ਆ ਕਿ ਮਤਲਬ ਹੋ ਤਾਂ ਮੇਰੀ ਨਾਰਮਲ ਜਾਣੀ ਸੀ, ਪਰ ਡਾਕਟਰਾਂ ਨੇ ਉਸ ਟਾਈਮ ਖੜੇ ਪੈਰ ਕਹਿਤਾ ਕਿ ਇਹਦੀ ਸਰਜਰੀਅਨ ਕਰਨੀ ਪੈਣੀ। ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ? ਇਦਾਂ ਕੁਝ ਨਹੀਂ ਹੈ, ਸਿਜ਼ੇਰੀਅਨ ਦੇ ਰੀਜ਼ਨ ਹੁੰਦੇ ਆ। ਅਗਰ ਤੁਹਾਡਾ ਸਪੋਜ਼ ਕਰੋ ਤੁਹਾਡੀ ਨਾਰਮਲ ਵਾਸਤੇ ਟ੍ਰਾਇਲ ਦੇ ਰਹੇ ਆ ਹੈਨਾ, ਬੱਚਾ ਨੀਚੇ ਆ ਗਿਆ, ਉਸ ਤੋਂ ਬਾਅਦ ਕੀ ਹੁੰਦਾ, ਅਗਰ ਜਿਸ ਤਰ੍ਹਾਂ 3-4 ਫਿੰਗਰ ਡਾਇਲੇਟੇਸ਼ਨ ਹੋ ਗਈ ਹੈ, 3 ਫਿੰਗਰ ਡਾਇਲੇਟੇਸ਼ਨ ਹੋ ਗਈ ਹੈ, ਉਸ ਤੋਂ ਬਾਅਦ ਸਿਰ ਥੱਲੇ ਆ ਕੇ ਅੜ ਗਿਆ, ਤੁਸੀਂ 1 ਘੰਟਾ ਵੇਟ ਕਰ ਲਈ, 2 ਘੰਟਾ ਵੇਟ ਕਰ ਲਈ, ਸਿਰ ਅੱਗੇ ਫਰਦਰ ਨਹੀਂ ਆ ਰਿਹਾ ਹੈਗਾ ਹੈਨਾ, ਤੇ ਉਸ ਦੌਰਾਨ ਕਈ ਵਾਰ ਇੱਕਦਮ ਸਿਜ਼ੇਰੀਅਨ ਕਰਨਾ ਪੈ ਸਕਦਾ ਹੈ। ਤੇ ਉਸ ਚੀਜ਼ ਨੂੰ ਕਈ ਲੇਡੀਜ਼ ਕਹਿ ਦਿੰਦੀਆਂ ਕਿ ਮੇਰੀ ਤਾਂ ਨਾਰਮਲ ਹੋ ਰਹੀ ਸੀ, ਡਾਕਟਰ ਨੇ ਜਾਣ ਕੇ ਸਿਜ਼ੇਰੀਅਨ ਕਰ ਦਿੱਤਾ। ਇਦਾਂ ਕੁਝ ਨਹੀਂ ਹੁੰਦਾ। ਅਗਰ ਕੋਈ ਪ੍ਰੋਬਲਮ ਆ ਰਹੀ ਹੈ, ਕਈ ਵਾਰ ਕੀ ਹੁੰਦਾ ਕਿ ਇੱਕਦਮ ਤੁਸੀਂ ਨਾਰਮਲ ਟ੍ਰਾਇਲ ਦੇ ਰਹੇ ਹੋ ਹੈਨਾ, ਸਾਰਾ ਕੁਝ ਠੀਕ ਜਾ ਰਿਹਾ, ਇੱਕਦਮ ਬੱਚੇ ਦੀ ਧੜਕਣ ਘੱਟ ਵੱਧ ਜਾਂਦੀ ਹੈ, ਬੱਚਾ ਇੱਕਦਮ ਉਹਦੀ ਧੜਕਣ ਘਟਣੀ ਸ਼ੁਰੂ ਹੋ ਜਾਂਦੀ ਹੈ, ਉਸ ਟਾਈਮ ਤੁਸੀਂ ਨਹੀਂ ਕਰ ਸਕਦੇ ਹੋ ਵੇਟ ਜ਼ਿਆਦਾ ਹੈ ਨਾ। ਤੁਹਾਨੂੰ ਇਮੀਡੀਏਟ ਅਗਰ ਨਾਰਮਲ ਪ੍ਰੋਸੀਜਰ ਆਪਾਂ ਲੈ ਕੇ ਜਾ ਰਹੇ ਹਾਂ, ਉਹਨੂੰ ਹਾਲੇ 3-4 ਘੰਟੇ ਲੱਗਣੇ ਹੈ, ਬੱਚੇ ਦੀ ਧੜਕਣ ਇੱਕਦਮ ਫਾਲ ਕੀਤੀ ਹੈ ਤੇ ਤੁਸੀਂ 3-4 ਘੰਟੇ ਵੇਟ ਨਹੀਂ ਕਰ ਪਾਓਗੇ, ਬੱਚੇ ਨੂੰ ਵੀ ਤਾਂ ਬਚਾਉਣਾ ਹੈ ਨਾ, ਇਸ ਕਰਕੇ ਕਈ ਵਾਰ ਸਿਜ਼ੇਰੀਅਨ ਕਰਨਾ ਪੈ ਸਕਦਾ ਹੈ। ਡਿਊਰਿੰਗ ਪ੍ਰੈਗਨੈਂਸੀ ਬੜਾ ਸੁਣਨ ਚ ਆਇਆ, ਆਪਾਂ ਫਿਲਮਾਂ 'ਚ ਵੀ ਦੇਖਦੇ ਆ ਹਨਾ ਕਿ ਕੁਝ ਖੱਟਾ ਖਾਣ ਨੂੰ ਮਨ ਕਰਦਾ, ਕੁਝ ਤਲਿਆ ਹੋਇਆ ਖਾਣ ਨੂੰ ਮਨ ਕਰਦਾ, ਪਰ ਡਾਕਟਰਸ ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦਾ ਗੁਰੇਜ਼ ਕਰੋ। ਇੱਕ ਪ੍ਰੋਪਰ ਡਾਈਟ ਇੱਕ ਪ੍ਰੈਗਨੈਂਟ ਲੇਡੀ ਦੀ ਕੀ ਹੋਣੀ ਚਾਹੀਦੀ ਹੈ? ਕੀ ਸ਼ਡਿਊਲ ਹੋਣਾ ਚਾਹੀਦਾ? ਕਿੰਨੇ ਟਾਈਮ ਬਾਅਦ ਖਾਵੇ ਤੇ ਕੀ ਖਾਵੇ, ਤੇ ਖਾ ਲਿਆ ਤੇ ਉਹਨੂੰ ਪਚਾਵੇ ਕਿੱਦਾਂ? ਜਿਹੜੇ ਪਹਿਲੇ 3 ਮਹੀਨੇ ਆ ਹੈਨਾ, ਜਦੋਂ ਤੁਸੀਂ ਕਈਆਂ ਨੂੰ ਬਹੁਤ ਜ਼ਿਆਦਾ ਖੱਟਾ ਖਾਣ ਨੂੰ ਮਨ ਕਰਦਾ ਹੈ, ਫਸਟ 3 ਮੰਥਸ ਵਿੱਚ ਕਈਆਂ ਨੂੰ ਵੋਮਿਟਿੰਗਸ ਵੀ ਬਹੁਤ ਜ਼ਿਆਦਾ ਆਉਂਦੀਆਂ, ਖਾਣ ਨੂੰ ਦਿਲ ਕਰਦਾ ਪਰ ਜੋ ਵੀ ਖਾਂਦੀ ਉਹ ਵੋਮਿਟ ਕਰ ਦਿੰਦੀ ਹੈ। ਤੇ ਉਹਦੇ ਪਹਿਲੇ 3 ਮਹੀਨੇ ਅਸੀਂ ਜਿਹੜੀ ਡਾਈਟ ਹੈ ਉਹਨੂੰ ਇਸ ਹਿਸਾਬ ਨਾਲ ਆਪਾਂ ਕਰਨਾ ਕਿ ਬਹੁਤ ਜ਼ਿਆਦਾ ਮਨ ਭਰ ਕੇ ਨਹੀਂ ਖਾ ਲੈਣਾ। ਆਪਾਂ ਜਿਹੜੀ ਖੁਰਾਕ ਹੈ ਉਹਨੂੰ ਥੋੜਾ ਜਿਹਾ ਘੱਟ ਰੱਖੋ। ਜਿਸ ਤਰ੍ਹਾਂ ਅਗਰ ਤੁਸੀਂ 2 ਫੁਲਕੇ ਖਾ ਰਹੇ ਹੋ ਤਾਂ ਤੁਸੀਂ ਉਹਨੂੰ 1 ਫੁਲਕਾ ਕਰੋ, ਹਰ 2-3 ਘੰਟੇ ਬਾਅਦ ਕੁਛ ਨਾ ਕੁਛ ਖਾਂਦੇ ਜਾਓ। ਅਗਰ ਤੁਹਾਨੂੰ ਖੱਟਾ ਖਾਣ ਨੂੰ ਦਿਲ ਕਰ ਰਿਹਾ ਬਹੁਤ ਜ਼ਿਆਦਾ, ਤੁਸੀਂ ਉਹਦੇ ਵਿੱਚ ਸੰਤਰਾ ਲੈ ਸਕਦੇ ਹੋ, ਜਿਹੜਾ ਕਿ ਤੁਹਾਨੂੰ ਕੋਈ ਨੁਕਸਾਨ ਨਹੀਂ ਕਰੇਗਾ ਹੈਨਾ। ਥੋੜੀ ਬਹੁਤ ਇਮਲੀ ਵੀ ਖਾ ਸਕਦੇ ਹੋ, ਇਮਲੀ ਨੁਕਸਾਨ ਨਹੀਂ ਕਰਦੀ ਹੈਗੀ ਹੈਨਾ। ਖੱਟੀ ਸੰਤਰਾ, ਔਰੇਂਜ ਜੂਸ ਲੈ ਲਿਆ ਤੁਸੀਂ, ਉਹਦੇ ਨਾਲ ਤੁਹਾਡੀ ਡਾਈਜੈਸ਼ਨ ਵੀ ਠੀਕ ਹੋਏਗੀ ਤੇ ਜਿਹੜਾ ਤੁਹਾਨੂੰ ਵੋਮਿਟਿੰਗ ਦੀ ਫੀਲਿੰਗ ਹੋ ਰਹੀ ਹੈ ਉਹਨੂੰ ਵੀ ਫਰਕ ਪਏਗਾ। ਉਸ ਤੋਂ ਬਾਅਦ ਤੁਸੀਂ ਆਪਣੇ ਕੋਲ, ਅਗਰ ਤੁਸੀਂ ਵਰਕਿੰਗ ਵੂਮਨ ਹੋ, ਹਮੇਸ਼ਾ ਤੁਸੀਂ ਆਪਣੇ ਕੋਲ ਕੋਈ ਜਿਸ ਤਰ੍ਹਾਂ ਮੁਰੱਬਾ ਹੋ ਗਿਆ, ਆਮਲੇ ਦਾ ਮੁਰੱਬਾ, ਗਾਜਰ ਦਾ ਮੁਰੱਬਾ, ਇਹ ਤੁਸੀਂ ਆਪਣੇ ਕੋਲ ਰੱਖੋ। ਤੁਸੀਂ ਸਪਰਾਊਟਸ ਲੈ ਸਕਦੇ ਹੋ ਹੈਨਾ, ਸਪਰਾਊਟਸ ਦੇ ਵਿੱਚ ਤੁਸੀਂ ਪਿਆਜ਼ ਟਮਾਟਰ ਵਗੈਰਾ ਪਾ ਕੇ ਇੱਕ ਡੱਬੀ ਬਣਾ ਕੇ ਰੱਖ ਲਈ, ਜਦੋਂ ਵੀ ਤੁਹਾਨੂੰ ਭੁੱਖ ਲੱਗੀ ਤੁਸੀਂ ਉਹ ਲੈ ਸਕਦੇ ਹੋ ਹੈਨਾ। ਭੁੱਜੇ ਚਨੇ ਹੈ ਉਹ ਤੁਸੀਂ ਆਪਣੇ ਕੋਲ, ਅਗਰ ਤੁਹਾਨੂੰ ਹਰ ਥੋੜੀ ਦੇਰ ਬਾਅਦ ਕੁਛ ਨਾ ਕੁਛ ਲੈਣਾ ਚਾਹੀਦਾ ਹੈ ਨਾ, ਤੁਸੀਂ ਭੁੱਜੇ ਚਨੇ ਗੁੜ ਤੁਸੀਂ ਆਪਣੇ ਕੋਲ ਰੱਖੋ, ਤੁਸੀਂ ਉਹ ਲੈ ਸਕਦੇ ਹੋ ਥੋੜੀ ਦੇਰ ਬਾਅਦ ਹੈਨਾ। ਈਵਨਿੰਗ ਟੀ ਵੀ ਤੁਸੀਂ ਕੋਈ ਵੀ ਪੋਹਾ ਬਣਾ ਲਓ, ਇਹ ਲਾਈਟ ਹੈ, ਹੈਵੀ ਨਹੀਂ ਹੋਏਗਾ ਤੁਹਾਨੂੰ। ਅਗਰ ਤੁਹਾਨੂੰ ਬਾਰ-ਬਾਰ ਵੋਮਿਟਿੰਗਸ ਆ ਰਹੀਆਂ, ਤੁਸੀਂ ਹਲਕਾ ਫੁਲਕਾ ਕੁਛ ਨਾ ਕੁਛ ਲੈਂਦੇ ਜਾਣਾ, ਖਾਲੀ ਪੇਟ ਨਹੀਂ ਰਹਿਣਾ, ਕਿਉਂਕਿ ਬੱਚੇ ਨੂੰ ਵੀ ਅੰਦਰ ਖੁਰਾਕ ਚਾਹੀਦੀ ਹੈ ਜੀ। ਬਿਲਕੁਲ। ਤੇ ਇਹ ਸਾਰੀ ਚੀਜ਼ਾਂ, ਦੁੱਧ ਨੂੰ ਆਪਣੀ ਰੂਟੀਨ ਵਿੱਚ ਸ਼ਾਮਿਲ ਕਰੋ, ਦੁੱਧ ਆਪਣਾ ਰੂਟੀਨ ਵਿੱਚ ਲਓ, ਡਾਈਟ ਨੂੰ ਤੁਸੀਂ ਆਪਣੀ ਪ੍ਰੋਟੀਨ ਰਿਚ ਡਾਈਟ ਰੱਖੋ, ਆਪਣੇ ਤੁਸੀਂ ਫਰੂਟਸ ਆਪਣੇ 5 ਤਰ੍ਹਾਂ ਦਾ ਫਰੂਟ ਕੱਟ ਕੇ, ਲੀਫੀ ਵੈਜੀਟੇਬਲਸ, ਇਹ ਸਾਰਾ ਕੁਝ ਤੁਸੀਂ ਲਓ ਤਾਂ ਕਿ ਤੁਹਾਡਾ ਇੱਕ HP ਵੀ ਪੂਰਾ ਰਹੇਗਾ ਔਰ ਤੁਹਾਨੂੰ ਉਦਾਂ ਵੀ ਪ੍ਰੋਬਲਮ ਨਹੀਂ ਆਏਗੀ। ਕਈ ਲੇਡੀਜ਼ ਲੈਗਸ ਦੀ ਬੜੀ ਦਿੱਕਤ ਆਉਂਦੀ ਹੈ ਕਿ ਬੜੀਆਂ ਪੇਨ ਕਰਦੀਆਂ ਰਹਿੰਦੀਆਂ, ਦੁੱਖ ਨੂੰ ਨਹੀਂ ਹਟਦੀਆਂ, ਚੁੰਨੀਆਂ ਨਾਲ ਬੰਨ ਕੇ ਸੌਂਦੀਆਂ, ਉਹਦਾ ਕਾਰਨ ਵੀ ਵੀਕਨੈਸ ਹੈ। ਉਹਦਾ ਕਾਰਨ ਵੀਕਨੈਸ ਵੀ ਹੈ, ਪਲੱਸ ਤੁਸੀਂ ਡਿਊਰਿੰਗ ਪ੍ਰੈਗਨੈਂਸੀ ਆਪਾਂ ਲੱਤਾਂ ਨੂੰ ਜ਼ਿਆਦਾ ਦੇਰ ਥੱਲੇ ਲਟਕਾ ਕੇ ਨਹੀਂ ਰੱਖਣਾ।
ਜਦ ਆਪਾਂ ਲੱਤਾਂ ਥੱਲੇ ਜ਼ਿਆਦਾ ਦੇਰ ਲਟਕਾ ਕੇ ਰੱਖਦੇ ਹਾਂ, ਕਈ ਵਾਰ ਤੁਸੀਂ ਦੇਖਦੇ ਹੋ ਪੈਰਾਂ 'ਚ ਸੋਜਾ ਪੈ ਜਾਂਦਾ ਬਿਲਕੁਲ ਹੈ ਸੋਜ ਨਾ। ਪੈ ਜਾਂਦੀ, During- ਪੈਰ ਭਾਰੇ ਭਾਰੇ ਜਿਹੇ ਡਿਊਰਿੰਗ ਰਹਿੰਦੇ। ਪ੍ਰੈਗਨੈਂਸੀ ਸੋਜਾ ਆਮ ਗੱਲ ਹੈ। ਤੇ ਉਹਦੇ ਵਿੱਚ ਅਗਰ ਤੁਸੀਂ ਵਰਕਿੰਗ ਵੂਮਨ ਆ, ਘਰ ਵਿੱਚ ਹੈ, ਤੁਸੀਂ ਤਾਂ ਬੈਡ ਆਪਾਂ ਕੋਸ਼ਿਸ਼ ਕਰੋ ਕਿ ਲੱਤਾਂ ਨੂੰ ਨੀਚੇ ਸਿੱਧਾ ਨਹੀਂ ਰੱਖਣਾ। ਆਪਾਂ ਕੋਈ ਨਾ ਕੋਈ ਚੀਜ਼ ਸਾਹਮਣੇ ਜਾਂ ਬੈੱਡ ਤੇ ਬੈਠ ਕੇ ਲੱਤਾਂ ਆਪਾਂ ਸਿੱਧੀਆਂ ਕਰਕੇ ਰੱਖ ਸਕਦੇ ਹਾਂ। ਅਗਰ ਤੁਸੀਂ ਆਫਿਸ ਵਿੱਚ ਵੀ ਕੰਮ ਕਰਦੇ ਹੋ, ਜੀ। ਤੁਸੀਂ ਜਿਹੜੀ ਚੇਅਰ ਹੈ ਉਹਦੇ ਸਾਹਮਣੇ ਇੱਕ ਛੋਟਾ ਸਟੂਲ ਰੱਖ ਲਓ, ਹੂੰ ਹੈ ਨਾ। ਉਹਦੇ ਤੇ ਤੁਸੀਂ ਲੱਤਾਂ ਮਤਲਬ ਤੁਸੀਂ ਸਟ੍ਰੇਟ ਨੀਚੇ ਨਹੀਂ ਰੱਖੋ, ਉਹਤੇ ਸਟੂਲ ਤੇ ਤੁਸੀਂ ਰੱਖ ਲਓ, ਥੋੜਾ ਤੁਹਾਨੂੰ ਕੰਫਰਟ ਮਿਲ ਜਾਏਗਾ। ਜ਼ਿਆਦਾ ਦੇਰ ਲੱਤਾਂ ਲਟਕਾਉਣ ਕਰਕੇ ਵੀ ਕਈ ਵਾਰ ਸੋਜਾ ਆ ਜਾਂਦਾ। ਨਾਰਮਲ ਲਾਈਫ 'ਚ ਆਪਾਂ ਕਹਿੰਦਾ ਕਿ ਡਿਨਰ ਜਾਂ ਲੰਚ ਕਰਨ ਤੋਂ ਬਾਅਦ ਹਲਕੀ ਹਲਕੀ ਵਾਕ ਕਰਨੀ ਚਾਹੀਦੀ ਆ। ਹਾਂਜੀ ਪ੍ਰੈਗਨੈਂਟ ਲੇਡੀਜ਼ ਲਈ ਵਾਕ ਕਰਨੀ ਠੀਕ ਆ? ਹਾਂ, ਜਿਹੜੀ ਪ੍ਰੈਗਨੈਂਟ ਲੇਡੀਜ਼ ਹੈ ਉਹ ਵਾਕ ਕਰ ਸਕਦੀਆਂ। ਤੁਸੀਂ ਸੂਬੇ ਦੀ ਤਾਜ਼ੀ ਹਵਾ ਤੁਸੀਂ ਲਓ, ਤੁਹਾਨੂੰ ਅੱਛਾ ਫੀਲ ਹੋਏਗਾ, ਹੈ ਨਾ। ਜਿਹੜੀ ਤੁਹਾਡੀ ਨੋਜ਼ੀਆ ਦੀ ਫੀਲਿੰਗ ਹੈ ਜਾਂ ਕੁਝ ਵੀ ਹੈ, ਸੈਰ ਕਰਨ ਦੇ ਨਾਲ ਰਾਤ ਨੂੰ ਤੁਸੀਂ ਖਾਣਾ ਖਾਣ ਤੋਂ ਬਾਅਦ 10-15 ਮਿੰਟ ਸੈਰ ਕਰੋਗੇ, ਬਾਹਰ ਤਾਜ਼ੀ ਹਵਾ ਤੁਸੀਂ ਲਓਗੇ, ਉਹਨਾਂ ਤੋਂ ਤੁਹਾਡੀ ਡਾਈਜੈਸ਼ਨ ਵੀ ਹੋਏਗੀ, ਖਾਣਾ ਵੀ ਹਜਮ ਹੋਏਗਾ ਔਰ ਭਾਰੀਪਨ ਵੀ ਤੁਹਾਡਾ ਦੂਰ ਹੋ ਜਾਏਗਾ। ਰੈਸਟ ਦੀ ਗੱਲ ਕਰਦੇ ਹਾਂ ਹੁਣ ਕਿ ਕਿੰਨੇ ਘੰਟੇ ਦੀ ਨੀਂਦ ਇੱਕ ਪ੍ਰੈਗਨੈਂਟ ਲੇਡੀ ਨੂੰ ਲੈਣੀ ਚਾਹੀਦੀ ਆ, ਤੇ ਜੋ ਵਰਕਿੰਗ ਆ ਉਹਨੂੰ ਮਤਲਬ ਮੰਡੇ ਟੂ ਸੈਚਰਡੇ ਉਹ ਕੰਮ ਕਰਦੀ ਆ, ਕਿ ਸੰਡੇ ਦੀ ਰੈਸਟ ਉਹਦੇ ਲਈ ਬਹੁਤ ਆ ਜਾਂ ਹਫਤੇ 'ਚ 2 ਦਿਨ ਰੈਸਟ ਚਾਹੀਦੀ ਆ ਉਹਨੂੰ? ਇਹ ਡਿਪੈਂਡ ਕਰਦਾ ਤੁਹਾਡੀ ਪ੍ਰੈਗਨੈਂਸੀ ਕਿਸ ਤਰ੍ਹਾਂ ਜਾ ਰਹੀ ਹੈ, ਤੁਹਾਨੂੰ ਕੋਈ ਕੰਪਲਿਕੇਸ਼ਨ ਹੈ ਕਿ ਨਹੀਂ ਹੈ। ਕਈ ਵਾਰ ਕੀ ਹੁੰਦਾ, ਤੁਸੀਂ ਪੇਸ਼ੈਂਟਸ ਨੂੰ ਨੋਟ ਕਰ ਪਹਿਲੇ 3 ਮੰਥਸ ਦੇ ਵਿੱਚ ਕਈ ਵਾਰ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ। ਉਹਦੇ ਵਿੱਚ ਅਸੀਂ ਉਹਨੂੰ ਪੇਸ਼ੈਂਟ ਨੂੰ ਕੰਪਲੀਟ ਬੈੱਡ ਰੈਸਟ ਕਹੀਦੀ ਹੈ। ਉਹਦੇ ਵਿੱਚ ਅਸੀਂ ਕਹੀਦਾ ਕਿ ਤੁਸੀਂ ਆਫਿਸ ਤੋਂ ਛੁੱਟੀ ਲਓ, ਤੁਸੀਂ ਹੁਣ ਕੰਪਲੀਟ ਬੈੱਡ ਰੈਸਟ ਕਰਨੀ ਹੈ। ਅਗਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਨਾ, ਫਿਰ ਤੁਸੀਂ ਆਪਣਾ ਰੂਟੀਨ ਵਰਕ ਕਰ ਸਕਦੇ ਹੋ, ਪਰ 8 ਘੰਟੇ ਦੀ ਨੀਂਦ ਤਾਂ ਜ਼ਰੂਰੀ ਹੈ, ਉਹ ਤੁਸੀਂ ਜ਼ਰੂਰ ਲੈਣੀ ਹੈ। ਅਗਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ, ਫਿਰ ਤੁਸੀਂ ਆਪਣੀ ਰੂਟੀਨ ਲਾਈਫ ਜਿੱਦਾਂ ਚੱਲ ਰਹੀ ਤੁਸੀਂ ਚਲਾਈ ਜਾਓ, ਪਰ ਅਗਰ ਕੋਈ ਕੰਪਲਿਕੇਸ਼ਨ ਹੈ, ਫਿਰ ਜਿੱਦਾਂ ਤੁਹਾਨੂੰ ਡਾਕਟਰ ਸਲਾਹ ਕਰਦਾ ਤੁਸੀਂ ਉਸ ਹਿਸਾਬ ਨਾਲ ਆਪਣੀ ਰੈਸਟ ਕਰੋ। ਡਾਕਟਰ ਕੀ ਦੇਖਿਆ ਲੇਡੀਜ਼ ਨੂੰ, ਦੇਖਿਆ ਕਈ ਜਣੇ ਨੂੰ, ਉਹਨਾਂ ਕਹਿੰਦੇ ਨੇ ਕਿ ਸਾਨੂੰ ਪਰਫਿਊਮ ਤੋਂ ਵੋਮਿਟ ਆਉਣ ਲੱਗ ਗਈ ਹੈ ਨਾ, ਜਿੱਦਾਂ ਤੁਸੀਂ ਕਿਹਾ ਕਿ ਕਿਚਨ 'ਚ ਜਾ ਕੇ ਆਉਣ ਲੱਗ ਜਾਂਦੀ ਹੈ। ਕਈ ਜਣੇ ਨੇ ਕੋਲ ਛੋਟੀਆਂ ਗੋਲੀਆਂ ਰੱਖੀਆਂ ਹੁੰਦੀਆਂ, ਜਦੋਂ ਵੋਮਿਟ ਆਈ ਉਹ ਖਾ ਲਈ। ਉਹ ਪ੍ਰੈਗਨੈਂਸੀ ਦੇ ਵਿੱਚ ਤੁਹਾਨੂੰ ਖਾਣੀ ਠੀਕ ਲੱਗਦੀ ਹੈ? ਨਹੀਂ, ਇਹਦੇ ਵਿੱਚ ਅਸੀਂ ਡੌਕਸੀਨੇਟ ਇੱਕ ਮੈਡੀਸਿਨ ਹੈ, ਆਪਾਂ ਵੋਮਟਿੰਗ ਵਾਸਤੇ ਸਪੈਸ਼ਲ ਮੈਡੀਸਿਨਸ ਹੁੰਦੀਆਂ ਜਿਹੜੀ ਅਸੀਂ ਪ੍ਰੈਗਨੈਂਟ ਲੇਡੀਜ਼ ਨੂੰ ਦੇਈਦੀ ਹੈ। ਅਗਰ ਤੁਹਾਨੂੰ ਬਾਰ-ਬਾਰ ਵੋਮਟਿੰਗਸ ਆ ਰਹੀ ਹੈ, ਤੁਸੀਂ ਉਹ ਇੱਕ ਗੋਲੀ ਸੁਬਹ ਜਾਂ ਇੱਕ ਗੋਲੀ ਸ਼ਾਮ ਖਾਣਾ ਖਾਣ ਤੋਂ ਪਹਿਲੇ ਦੇਈਦੀ ਹੈ, ਜਾਂ ਕਈਆਂ ਨੂੰ ਅਸੀਂ ਰਾਤ ਨੂੰ ਸੌਣ ਵਕਤ 2 ਗੋਲੀਆਂ ਇਕੱਠੀਆਂ ਤੁਸੀਂ ਖਾ ਕੇ ਸੋ ਜਾਓ। ਜਿਹਦੇ ਨਾਲ ਤੁਹਾਡੇ ਜਿਹੜੇ ਵੋਮਟਿੰਗ ਦੇ ਸਿੰਪਟਮਸ ਹੈ ਇਹਨਾਂ ਨੂੰ ਫਰਕ ਪਏਗਾ। ਕਈਆਂ ਦੇ ਕੋਲ ਹੁੰਦੀ ਨਾ ਬੈਗ 'ਚ, ਜਦੋਂ ਦਿਲ ਕੀਤਾ ਖਾ ਲਈ, ਜਦੋਂ ਦਿਲ ਕੀਤਾ ਖਾ ਲਈ, ਕੁਝ ਟੌਫੀਆਂ ਚੂਸ ਲਈਆਂ ਕਿ ਆਪਣਾ ਦਿਲ ਠੀਕ ਰਵੇ ਇਹਨਾਂ ਕਾਰਨਾਂ ਕਰਕੇ। ਉਹ ਕਈ ਵਾਰ ਜਿਸ ਤਰ੍ਹਾਂ ਟੌਫੀ ਚੂਸ ਲਈ ਤੁਹਾਡਾ ਮਨ ਠੀਕ ਹੋ ਜਾਂਦਾ, ਪਰ ਜਿਹੜੀ ਮੈਡੀਸਿਨ ਵੋਮਟਿੰਗ ਵਾਸਤੇ ਤੁਸੀਂ ਉਹ ਮੈਡੀਸਿਨ ਅਗਰ ਲੋਗੇ, ਤੁਹਾਨੂੰ ਵੋਮਟਿੰਗਸ ਆਪਣੇ ਆਪ ਨੈਚੁਰਲੀ ਘਟ ਜਾਣਗੀਆਂ ਔਰ 3 ਮੰਥਸ ਤੋਂ ਬਾਅਦ ਵੈਸੇ ਵੀ ਵੋਮਟਿੰਗਸ ਘੱਟ ਹੋ ਜਾਂਦੀਆਂ। ਜੀ ਬਿਲਕੁਲ। ਤੁਸੀਂ ਪ੍ਰੋਗਰਾਮ 'ਚ ਆਏ ਡਾਕਟਰ ਹੀਨਾ ਮਲਹੋਤਰਾ, ਬਹੁਤ ਸ਼ੁਕਰੀਆ। ਹਾਂਜੀ, ਥੈਂਕ ਯੂ ਜੀ। ਤਾਂ ਡਾਕਟਰ ਸ਼ੋ ਵਰੁਣ ਕੌਰ ਮਾਨ ਇੱਥੇ ਖਤਮ ਕਰਦੀ ਹੈ। ਸਾਡਾ YouTube ਚੈਨਲ ਪੰਜਾਬ ਮੇਲ USA TV ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।